ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਵਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਦੋਹਰਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਰਗ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਦੋਹਰਾ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਕਲ ਤਾਰਨ ਗੁਰੂ ਨਾਨਕ ਆਇਆ। ਇਸ ਕਲਯੁਗ ਦੇ ਸਮੇਂ ਦੇ ਵਿੱਚ ਜੀਵਾਂ ਨੂੰ ਭਵਸਾਗਰ ਤੋਂ ਪਾਰ ਕਰਨ ਵਾਸਤੇ ਗੁਰੂ ਨਾਨਕ ਮਹਾਰਾਜ ਜੀ ਆਏ ਨੇ। ਹਜ਼ੂਰ ਪਾਤਸ਼ਾਹ ਜੀ ਨੇ ਜਿਸ ਤਰੀਕੇ ਦੇ ਨਾਲ ਜੀਵਾਂ ਦਾ ਪਾਰ ਉਤਾਰਾ ਕੀਤਾ, ਉਸ ਲੜੀਵਾਰ ਇਤਿਹਾਸ ਨੂੰ ਅਸੀਂ ਪਿਆਰਪੂਰਵਕ ਸਰਵਣ ਕਰ ਰਹੇ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਬੜੀ ਸਿਫਤ ਸੁਣੀ ਹੈ ਮੱਕੇ ਤੇ ਮਦੀਨੇ ਦੀ, ਤੇ ਕਿਰਪਾ ਕਰੋ ਮਹਾਰਾਜ ਮੈਨੂੰ ਦਰਸ਼ਨ ਕਰਾ ਦਿਓ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ। ਮੱਕੇ ਸ਼ਰੀਫ ਵਿੱਚ ਗਏ ਨੇ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵਿਸ਼ਰਾਮ ਕਰਨ ਵਾਸਤੇ ਰਾਤ ਦੇ ਵਕਤ ਜੋ ਉਹ ਕਾਬਾ ਮੰਦਰ ਹੈ ਮੱਕੇ ਸ਼ਹਿਰ ਦੇ ਵਿੱਚ, ਉਸ ਦੀਆਂ ਪ੍ਰਕਰਮਾਂ ਵਿੱਚ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਲੇਟ ਗਏ ਨੇ ਔਰ ਕਾਬੇ ਵੱਲ ਨੂੰ ਹਜ਼ੂਰ ਨੇ ਚਰਨ ਕਰ ਲਏ ਨੇ। ਆਪ ਬਿਰਾਜਮਾਨ ਹੋਏ ਹਨ ਕੌਤਕ ਵਾਸਤੇ। ਜਦੋਂ ਸਵੇਰ ਦਾ ਸਮਾਂ ਹੋਇਆ ਤਾਂ ਅੰਮ੍ਰਿਤ ਵੇਲੇ ਇੱਥੇ ਇੱਕ ਮੁਲਾਣਾ ਹੈ ਜੀਵਨ, ਤਾਂ ਉਹ ਜਿਸ ਵੇਲੇ ਝਾੜੂ ਦੇਣ ਵਾਸਤੇ ਆਇਆ ਕਰਦਾ ਸੀ, ਸਤਿਗੁਰੂ ਪਾਤਸ਼ਾਹ ਜੀ ਨੂੰ ਤੱਕ ਕੇ ਕਿ ਮਹਾਰਾਜ ਨੇ ਚਰਨ ਜਿਹੜੇ ਨੇ ਸਾਡੇ ਧਰਮ ਸਥਾਨ ਵੱਲ ਕੀਤੇ ਨੇ, ਬੜਾ ਕ੍ਰੋਧਵਾਨ ਹੋ ਕੇ ਗੁਰੂ ਪਾਤਸ਼ਾਹ ਨੂੰ ਲੱਤ ਮਾਰੀ ਹੈ। ਬੜਾ ਕੁਛ ਬੋਲਿਆ, ਬੜੇ ਉਸਨੇ ਫਿੱਕੇ ਬਚਨ ਕਹੇ ਗੁਰੂ ਸਾਹਿਬ ਜੀ ਨੂੰ। ਤਾਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਸੋ ਬਖਸ਼ਿਸ਼ ਕੀਤੀ ਹੈ। ਬਚਨ ਕੀਤਾ ਕਿ ਭਾਈ ਜਿੱਧਰ ਤੁਹਾਡਾ ਘਰ ਖੁਦਾ ਦਾ ਘਰ ਨਹੀਂ ਹੈ, ਸਾਡੇ ਚਰਨ ਤੋਂ ਉਧਰ ਨੂੰ ਕਰ ਦੇ।
ਇਹਨੇ ਕ੍ਰੋਧ ਨਾਲ ਗੁਰੂ ਸਾਹਿਬ ਦੇ ਦੋਵੇਂ ਚਰਨ ਪਕੜੇ ਨੇ ਅਤੇ ਘਸੀਟ ਕਰਕੇ ਗੁਰੂ ਸਾਹਿਬ ਨੂੰ ਦੂਸਰੇ ਪਾਸੇ ਨੂੰ ਚਰਨ ਕੀਤੇ। ਪਰ ਜਿਸ ਵੇਲੇ ਦੇਖਿਆ ਪਿੱਛੇ ਮੁੜ ਕਰਕੇ ਮੱਕਾ ਸ਼ਰੀਫ ਵੱਲ, ਤੇ ਮੱਕਾ ਸ਼ਰੀਫ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਹੀ ਘੁੰਮ ਗਿਆ। ਤੇ ਕਵੀ ਜੀ ਨੇ ਜ਼ਿਕਰ ਕੀਤਾ ਹੈ ਕਿ ਜਿਸ ਵੇਲੇ ਜਿਵੇਂ ਜਿਵੇਂ ਗੁਰੂ ਸਾਹਿਬ ਦੇ ਚਰਨਾਂ ਨੂੰ ਹਿਲਾਉਂਦਾ ਸੀ, ਤਿਵੇਂ ਤਿਵੇਂ ਮੱਕੇ ਸ਼ਰੀਫ ਦੇ ਮਨਾਰ ਧੌਲਰ ਜਿਹੜੇ ਸਨ ਉਹ ਉਵੇਂ ਉਹੀ ਡੋਲਦੇ ਸਨ, ਜਿਵੇਂ ਪਾਣੀ 'ਚ ਬੇੜੀ ਡੋਲਦੀ ਹੈ। ਇਸ ਤਰ੍ਹਾਂ ਤੱਕ ਕੇ ਚਾਰ ਚੁਫੇਰੇ ਘੁਮਾ ਕਰਕੇ ਉੱਥੇ ਗੁਰੂ ਸਾਹਿਬ ਦੇ ਦੁਬਾਰਾ ਚਰਨ ਲੈ ਆਂਦੇ। ਜਿਸ ਵੇਲੇ ਮੱਕਾ ਸ਼ਰੀਫ ਉੱਥੇ ਆਣ ਟਿਕਿਆ, ਗਰੀਬ ਨਵਾਜ ਪਾਤਸ਼ਾਹ ਜੀ ਸੋ ਬਚਨ ਕੀਤੇ, ਤੂੰ ਬਹੁਤਾ ਗੁੱਸਾ ਨਾ ਕਰ, ਕ੍ਰੋਧ ਨਾ ਕਰ ਭਾਈ, ਥੱਕੇ ਹੋਏ ਸੀ, ਇਸ ਵਾਸਤੇ ਅਣਜਾਣ ਪੁਣੇ ਵਿੱਚ ਇੱਧਰ ਚਰਨ ਹੋ ਗਏ ਨੇ, ਤੂੰ ਕ੍ਰੋਧ ਨਾ ਕਰ। ਤੋ ਜਦੋਂ ਗੁਰੂ ਸਾਹਿਬ ਦੇ ਨਾਲ ਇਉਂ ਇਸ ਨੂੰ ਬਹਿਸ ਮੁਬੈਸਾ ਕਰਦਿਆਂ ਸਵੇਰ ਹੋ ਗਈ, ਉੱਧਰੋਂ ਹੋਰ ਵੀ ਜਿਹੜੇ ਇਸ ਪ੍ਰਕਾਰ ਮੱਕੇ ਦੀ ਜ਼ਿਆਰਤ ਕਰਨ ਵਾਸਤੇ ਹਾਜੀ ਲੋਕ ਆਏ ਹੋਏ ਸਨ, ਸੋ ਸਾਰੇ ਜਦੋਂ ਇਕੱਠੇ ਹੋ ਗਏ ਤੇ ਉਹਨਾਂ ਨੇ ਆਣ ਕੇ ਮੱਕੇ ਦੀ ਹਾਲਤ ਜਦੋਂ ਦੇਖੀ ਹੈ ਕਾਬੇ ਮੰਦਰ ਦੀ, ਤਾਂ ਉਸ ਵੇਲੇ ਬੜੇ ਹੈਰਾਨ ਹੋਏ ਨੇ। ਤਾਂ ਉਸ ਵੇਲੇ ਇਹ ਜੀਵਨ ਕਾਜੀ ਨੇ ਆ ਕਰਕੇ ਸਾਰੀ ਗੱਲ ਦੱਸੀ ਪਿਆ, ਇਸ ਤਰੀਕੇ ਦੇ ਨਾਲ ਇਹ ਕੁਛ ਜਿਹੜਾ ਹੈ ਕੌਤਕ ਵਰਤਿਆ ਹੈ। ਉੱਥੇ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਇਹਨਾਂ ਸਭਨਾਂ ਨੇ ਬਹਾਵਲਦੀਨ ਪੀਰ ਹੈ, ਰੁਕਨਦੀਨ ਕਾਜੀ ਹੈ, ਜੀਵਨ ਕਾਜੀ ਹੈ, ਇਹਨਾਂ ਦਾ ਜ਼ਿਕਰ ਆਮ ਆਉਂਦਾ ਹੈ। ਇਸ ਪ੍ਰਕਾਰ ਗੁਰੂ ਸਾਹਿਬ ਦੇ ਨਾਲ ਇਹਨਾਂ ਨੇ ਵਿਚਾਰ ਵਟਾਂਦਰੇ ਕੀਤੇ। ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਕਿ ਭਾਈ ਜਿਹੜਾ ਖੁਦਾ ਹੈ ਉਹ ਇੱਕ ਥਾਂ 'ਤੇ ਨਹੀਂ ਬੱਝਾ ਹੋਇਆ, ਉਹ ਸਰਬ ਵਿਆਪੀ ਹੈ, ਇਉਂ ਤੁਸੀਂ ਉਸ ਵਿੱਚ ਵਿਸ਼ਵਾਸ ਕਰਨਾ। ਮੱਕੇ ਸ਼ਰੀਫ ਦੇ ਗੁਰੂ ਚਰਨਾਂ ਦੇ ਨਾਲ ਜੋ ਫਿਰ ਜਾਣਾ ਹੈ, ਫਿਰਿਆ ਮੱਕਾ ਕਲਾ ਦਿਖਾਰੀ, ਉਸ ਸੰਬੰਧ ਵਿੱਚ ਡਾਕਟਰ ਭਾਈ ਵੀਰ ਸਿੰਘ ਜੀ ਹੁਣਾਂ ਨੇ ਮੁਸਲਮਾਨ ਲਿਖਾਰੀਆਂ ਦੀਆਂ ਜੋ ਇਸ ਪ੍ਰਕਾਰ ਕਿਤਾਬਾਂ ਹਨ ਉਹਨਾਂ ਦੇ ਵੇਰਵੇ ਦੇ ਕਰਕੇ ਦੱਸਿਆ ਕਿ ਮੁਸਲਮਾਨ ਲੋਕਾਂ ਨੇ ਵੀ ਇਹ ਲਿਖਿਆ ਕਿ ਪਹਿਲੇ ਸਮੇਂ ਵਿੱਚ ਮੱਕਾ ਸ਼ਰੀਫ ਜਿਹੜਾ ਆਪਣੇ ਥਾਂ ਤੋਂ ਇਸ ਤਰੀਕੇ ਦੇ ਨਾਲ ਸੋ ਜਿਹੜਾ ਹੈ ਉਹ ਹਿਲਦਾ ਰਿਹਾ ਹੈ। ਇਸ ਪ੍ਰਕਾਰ ਸੋ ਜਦੋਂ ਰਹਿਬਾ ਜਿਹੜੀ ਬੱਚੀ ਸੀ ਧਰਮੀ ਸੀ, ਜਦੋਂ ਮੱਕੇ ਦੀ ਜ਼ਿਆਰਤ ਕਰਨ ਗਈ ਸੀ ਤਾਂ ਮੱਕਾ ਸ਼ਰੀਫ ਕਹਿੰਦੇ ਨੇ ਜਿਹੜਾ ਸੀ ਉਹਦੀ ਜ਼ਿਆਰਤ ਵਾਸਤੇ ਚੱਲ ਕੇ ਆ ਗਿਆ, ਦਰਸ਼ਨ ਦੇਣ ਵਾਸਤੇ। ਇਸ ਪ੍ਰਕਾਰ ਮੱਕੇ ਤੋਂ ਭਾਵ ਕਾਬੇ ਮੰਦਰ ਦਾ ਹੈ। ਤੋ ਜਿਸ ਵੇਲੇ ਇਸ ਤਰੀਕੇ ਦੇ ਨਾਲ ਸੋ ਉਧਰੋਂ ਜਿਹੜਾ ਸੀ ਆਪਣਾ ਪੈਗੰਬਰ ਇਬਰਾਹੀਮ ਜਦੋਂ ਗਿਆ ਦਰਸ਼ਨ ਕਰਨ ਵਾਸਤੇ, ਦੇਖਿਆ ਮੱਕਾ ਉੱਥੇ ਹੈ ਹੀ ਨਹੀਂ ਸੀ। ਜਦੋਂ ਪੁੱਛਿਆ ਕਹਿਣ ਲੱਗੇ ਜੀ ਮੱਕਾ ਇੱਕ ਗਰੀਬ ਬੱਚੀ ਦੀ ਜ਼ਿਆਰਤ ਕਰਨ ਵਾਸਤੇ ਗਿਆ। ਤੇ ਜਿਸ ਬੀਬੀ ਰਹਿਬਾਂ ਦੀ ਸੋ ਇਸ ਪ੍ਰਕਾਰ ਜ਼ਿਆਰਤ ਵਾਸਤੇ ਮੱਕਾ ਸ਼ਰੀਫ ਗਿਆ, ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਖੁਦਾ ਦਾ ਘਰ ਆ ਰਿਹਾ ਹੈ, ਤੇ ਉਸ ਨੇ ਕਿਹਾ ਮੈਂ ਖੁਦਾ ਦੇ ਘਰ ਨੂੰ ਕੀ ਕਰਨਾ ਜੇ ਮੈਨੂੰ ਖੁਦਾ ਨਹੀਂ ਦਿਸਿਆ ਤਾਂ। ਤੋ ਇਸ ਤਰੀਕੇ ਦੇ ਨਾਲ ਸੋ ਇਹਨਾਂ ਦੇ ਧਾਰਮਿਕ ਸੋ ਗ੍ਰੰਥਾਂ ਦਾ ਇਹ ਵੇਰਵਾ ਦੇ ਕੇ ਭਾਈ ਸਾਹਿਬ ਨੇ ਦੱਸਿਆ ਵੀ ਇਹ ਅਸਚਰਜ ਨਹੀਂ ਹੈ ਜਿਹੜੇ ਲੋਕ ਕਹਿੰਦੇ ਨੇ ਮੱਕਾ ਨਹੀਂ ਫਿਰਿਆ, ਕਿਉਂਕਿ ਜੋ ਇਸਲਾਮ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਨੇ ਉਹਨਾਂ ਨੇ ਵੀ ਇਹ ਪਹਿਲੇ ਇਹ ਕਥਾਵਾਂ ਜਿਹੜੀਆਂ ਲਿਖੀਆਂ ਨੇ, ਦੇਖੀਆਂ ਸੁਣੀਆਂ ਨੇ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਇਸ ਤਰ੍ਹਾਂ ਦੇ ਨਾਲ ਇਹਨਾਂ ਲੋਕਾਂ ਦਾ ਵਿਸ਼ਵਾਸ ਜਿਹੜਾ ਸਰਬ ਵਿਆਪਕ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਜੋੜ ਕਰਕੇ ਇਹਨਾਂ ਨੂੰ ਮਹਾਰਾਜ ਨੇ ਸਿੱਖਿਆ ਬਖਸ਼ਿਸ਼ ਕੀਤੀ। ਗਰੀਬ ਨਵਾਜ ਇਉਂ ਮੱਕੇ ਸ਼ਰੀਫ ਦੇ ਵਿੱਚ ਗਰੀਬ ਨਵਾਜ ਇਹ ਕੌਤਕ ਕੀਤਾ ਹੈ। ਜਿਸ ਤਰ੍ਹਾਂ ਸੋ ਮਰਦਾਨਾ ਜੀ ਦੀ ਇੱਛਾ ਹੈ ਕਿ ਮਦੀਨੇ ਦੇ ਵੀ ਦਰਸ਼ਨ ਕਰਨੇ ਹਨ, ਮੇਰੇ ਸਤਿਗੁਰੂ ਜਿਵੇਂ ਬਖਸ਼ਿਸ਼ ਕਰਦੇ ਨੇ। ਉਹ ਪਿਆਰ ਪੂਰਵਕ ਕਵੀ ਭਾਈ ਸੰਤੋਖ ਸਿੰਘ ਜੀ ਸੋ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਸੋ ਅਗਲਾ ਪ੍ਰਸੰਗ ਦਰਜ ਕਰਦੇ ਹਨ, ਪਿਆਰ ਪੂਰਵਕ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰਦੇ ਹੋਏ ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ ਦੋਹਰਾ, ਜਿਸ ਮੈਂ ਅੰਮ੍ਰਿਤ ਗਿਆਨ ਹੈ। ਤੋ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਮੰਗਲਾਚਰਨ ਕਰਦੇ ਨੇ ਕਵੀ ਜੀ। ਸੋ ਪਹਿਲਾਂ ਤਕਰੀਬਨ ਸਤਿਗੁਰੂ ਦੇ ਚਰਨਾਂ ਦਾ ਮੰਗਲ ਬਹੁਤੀ ਵਾਰ ਆਇਆ ਹੈ। ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਮੰਗਲਾਚਰਨ ਕਰਦੇ ਨੇ, ਜਿਸ ਮੈਂ ਅੰਮ੍ਰਿਤ ਗਿਆਨ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਗਿਆਨ ਦੇ ਸਮੁੰਦਰ ਹਨ, ਜਿਨ੍ਹਾਂ ਦੇ ਵਿੱਚ ਇਸ ਪ੍ਰਕਾਰ ਜਿਸ ਮੈਂ ਅੰਮ੍ਰਿਤ ਗਿਆਨ ਰੂਪ ਅੰਮ੍ਰਿਤ ਹੈ, ਜਿਸ ਸਮੁੰਦਰ ਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਾਨਕ ਭਗਤ ਵਿਰਾਗ, ਤੇ ਜਿਹਦੇ ਵਿੱਚ ਇਸ ਪ੍ਰਕਾਰ ਭਗਤੀ ਤੇ ਵਿਰਾਗ ਦੇ ਮਾਨਕ ਹਨ। ਸਮੁੰਦਰ ਦੇ ਵਿੱਚੋਂ ਮੋਤੀ ਤੇ ਹੋਰ ਪਦਾਰਥ ਕੀਮਤੀ ਨਿਕਲਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹਦੇ ਵਿੱਚ ਅੰਮ੍ਰਿਤ ਗਿਆਨ ਹੈ,
ਔਰ ਗੁਰੂ ਪਾਤਸ਼ਾਹ ਦੇ ਗਿਆਨ ਵਿੱਚ ਭਗਤੀ ਤੇ ਵੈਰਾਗ ਦੇ ਮਾਣਕ ਹਨ ਕੀਮਤੀ। ਗੁਰੂ ਗ੍ਰੰਥ ਸਾਹਿਬ ਉਦਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋ ਸਮੁੰਦਰ ਦੀ ਨਿਆਈ ਹਨ। ਬੰਦੋਂ ਕਰ ਅਨੁਰਾਗ ਤੇ ਕਵੀ ਜੀ ਕਹਿੰਦੇ ਅਨੁਰਾਗ ਮੈਂ ਪ੍ਰੇਮ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਦਾ ਹਾਂ। ਸ੍ਰੀ ਬਾਲਾ ਸੰਦਰਬਾਜ ਦੋਹਰਾ ਤੋ ਬਾਲਾ ਜੀ ਸੰਧੂ ਗੋਤ ਵਾਲੇ ਵਾਚ ਕਥਨ ਕਰਦੇ ਹਨ ਕਥਾ। ਸ੍ਰੀ ਅੰਗਦ ਜੀ ਸੁਨਹੁ ਪੁਨ ਤੋ ਕਹਿੰਦੇ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਸੋ ਇਉਂ ਕਥਾ ਸਰਵਣ ਕਰੋ। ਕੇਤਕ ਦਿਵਸ ਬਿਤਾਏ ਕਿੰਨੇ ਕੁ ਦਿਨ ਮੇਰੇ ਸਤਿਗੁਰਾਂ ਨੇ ਇਉਂ ਗੁਜ਼ਾਰੇ ਹਨ ਉੱਥੇ ਮੱਕੇ ਸ਼ਹਿਰ ਦੇ ਵਿੱਚ। ਮਰਦਾਨੇ ਕੋ ਬਾਚ ਕਹੇ ਮਰਦਾਨੇ ਨੂੰ ਬਚਨ ਕੀਤਾ ਮੇਰੇ ਗੁਰੂ ਨਾਨਕ ਮਹਾਰਾਜ ਜੀ ਨੇ। ਆਸ ਬੇਦ ਸ੍ਰੀ ਗਤ ਦਾਏ ਗਾਤ ਦਾਏ ਮੁਕਤੀ ਦੇ ਦਾਤਾ ਧੰਨ ਗੁਰੂ ਸਾਹਿਬ ਨੇ ਇਉਂ ਬਚਨ ਕੀਤਾ ਹੈ। ਸਵਈਆ ਚਲ ਬੇਚਿਤ ਚਾਹੇ ਚਲੋ ਤਿਤ ਕੋ ਉਹ ਕਹਿੰਦੇ ਮਰਦਾਨਾ ਭਈ ਚਲੋ ਭਾਈ ਜਿੱਧਰ ਨੂੰ ਤੁਹਾਡੀ ਇੱਛਾ ਹੁਣ ਉਧਰ ਨੂੰ ਆਪਾਂ ਚੱਲੀਏ। ਸੁਨ ਬੋਲਤ ਭਾ ਗੁਰ ਸੋ ਮਰਦਾਨਾ ਸੁਣ ਕਰਕੇ ਮਰਦਾਨਾ ਸਤਿਗੁਰੂ ਨੂੰ ਬੇਨਤੀ ਕਰਦਾ ਹੈ। ਜੇ ਥਾਨ ਮੈਂ ਗੌਰ ਮੁਹੰਮਦ ਹੈ ਮਹਾਰਾਜ ਜਿਸ ਜਗ੍ਹਾ ਤੇ ਮੁਹੰਮਦ ਸਾਹਿਬ ਜੀ ਦੀ ਕਬਰ ਹੈ ਜੀ ਦਿਖਰਾਵੋ ਮੋਹੇ ਕੋ ਸੋ ਮਕਾਨਾ ਉਹ ਮਕਾਨ ਮੁਕਾਮ ਆਖਦੇ ਨੇ ਇਹ। ਸੋ ਇਸ ਪ੍ਰਕਾਰ ਇਹਨਾਂ ਸਥਾਨਾਂ ਨੂੰ ਤੋਂ ਕਹਿੰਦੇ ਜਿੱਥੇ ਪੈਗੰਬਰ ਸ੍ਰੀ ਮੁਹੰਮਦ ਸਾਹਿਬ ਜੀ ਦੀ ਕਬਰ ਹੈ ਉਸ ਨੂੰ ਮਦੀਨਾ ਆਖਦੇ ਨੇ। ਮਹਾਰਾਜ ਉਹ ਕਬਰ ਦੇ ਮੈਨੂੰ ਦਰਸ਼ਨ ਕਰਾਓ। ਇਹ ਕਾਬੇ ਕੋ ਪਾਜ ਤੋਂ ਦੇਖ ਲਿਓ ਮਹਾਰਾਜ ਇੱਥੇ ਇਹ ਕਾਬੇ ਦਾ ਮੰਦਿਰ ਜਿਹੜਾ ਹੈ ਇਹਦੀ ਅਸਲੀਅਤ ਤੇ ਮੈਂ ਸਾਰੀ ਦੇਖ ਲਈ ਹੈ। ਅਬ ਤਾਹੇ ਬਿਲੋਕਨ ਚਾਹੇ ਮਹਾਨਾ ਔਰ ਬੜੀ ਭਾਰੀ ਮੇਰੇ ਮਨ 'ਚ ਇੱਛਾ ਹੈ ਕਿ ਜਾ ਕੇ ਮੈਂ ਸੋ ਪੈਗੰਬਰ ਸਾਹਿਬ ਜੀ ਦੀ ਕਬਰ ਦਾ ਵੀ ਦਰਸ਼ਨ ਕਰ ਲਵਾਂ। ਇਸ ਦੇਸ਼ ਆਏ ਅਬ ਦੇਖ ਚਲੇ ਇਸ ਦੇਸ਼ ਵਿੱਚ ਆਏ ਹਾਂ ਤੇ ਹੁਣ ਮਹਾਰਾਜ ਦਰਸ਼ਨ ਕਰਦੇ ਚਲੀਏ। ਤਮ ਕਾਮਨਾ ਪੂਰਨ ਹੋ ਗੁਣ ਖਾਨਾ ਇਹ ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਭਨਾਂ ਦੀਆਂ ਕਾਮਨਾ ਨੂੰ ਪੂਰਨ ਕਰਨ ਵਾਲੇ ਸਮਰੱਥ ਹੋ। ਸਵਈਆ ਗੁਰ ਬੈਨ ਭਨੇ ਦਿਨ ਦਵਾਦਸ਼ ਗੈਲ ਮਹਾਰਾਜ ਕਹਿੰਦੇ ਨੇ ਮਰਦਾਨਾ ਦੇਖ ਭਾਈ ਕਹਿੰਦੇ ਘੱਟੋ ਘੱਟ 12 ਦਿਨਾਂ ਦਾ ਸਫ਼ਰ ਹੈ ਇੱਥੋਂ ਹੋ ਹੈ ਗੌਰ ਮੁਹੰਮਦ ਜੋ ਮਕਾਨਾ ਜਿਹੜਾ ਇਸ ਪ੍ਰਕਾਰ ਟਿਕਾਣਾ ਹੈ ਨਾ ਪੈਗੰਬਰ ਸਾਹਿਬ ਜੀ ਦੀ ਕਬਰ ਵਾਲਾ ਉਹ ਇੱਥੋਂ 12 ਦਿਨ ਦਾ ਸਫ਼ਰ ਹੈ। ਸੁਣ ਜਿਉ ਹਰ ਖਾਏ ਉਠਾ ਮਨ ਮੈਂ ਇਉਂ ਸੁਣ ਕੇ ਮਰਦਾਨਾ ਮਨ ਵਿੱਚ ਬੜਾ ਖੁਸ਼ ਹੋ ਉਠਿਆ ਹੈ। ਗੁਰ ਸੰਗ ਤਬੈ ਇਵ ਬੈਨ ਬਖਾਨਾ ਧੰਨ ਗੁਰੂ ਨਾਨਕ ਸਾਹਿਬ ਨੇ ਇਉਂ ਬਚਨ ਕੀਤਾ ਇਸ ਨੇ ਚਲ ਤੂਰਨ ਜਾਏ ਪਹੁੰਚ ਹੈ ਤਾਹੀ ਮਹਾਰਾਜ ਫੇਰ ਤੇ ਛੇਤੀ ਹੀ ਉੱਥੇ ਜਾ ਕੇ ਪਹੁੰਚ ਜਾਵਾਂਗੇ। ਸਮੀਪ ਹੈ ਨਹਿ ਦੂਰ ਸਥਾਨਾ ਫੇਰ ਮਹਾਰਾਜ ਕਿਹੜਾ ਦੂਰ ਹੈ ਨੇੜੇ ਹੀ ਆ ਫਿਰ ਆਪਾਂ ਜਾ ਕੇ ਛੇਤੀ ਪਹੁੰਚ ਜਾਣਾ ਹੈ। ਬਿਗਸੇ ਬਦਨਾ ਬੁਝਤੇ ਤਬ ਹੀ ਕਮਲ ਸ੍ਰੀ ਕੇ ਮੁਖ ਤੋਂ ਮੇਰੇ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਬੋਲੇ ਕਹਿਣ ਲੱਗੇ ਪਨ ਬਾਗ ਕਹੇ ਤੇ ਸੋਗਤ ਦਾਨ ਮੁਕਤੀ ਦੇ ਦਾਤਾ ਧੰਨ ਸਤਿਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ। ਸਵਈਆ ਦਵਾਦਸ ਬਾਸ਼ਰ ਮਾਰਗ ਦੂਰ ਹੈ ਤੋ ਕਹਿਣ ਲੱਗੇ ਭਈ 12 ਦਿਨਾਂ ਦਾ ਰਸਤਾ ਹੈ ਦੂਰ ਹੈ। ਡਾਕਟਰ ਭਾਈ ਵੀਰ ਸੁਣਾ ਨੇ ਇੱਥੇ ਪ੍ਰਿਆ ਵਿੱਚ ਲਿਖਿਆ ਵੀ 240 ਮੀਲ ਦਾ ਫੈਸਲਾ ਹੈ। ਸੋ ਕਾਬੇ ਦੇ ਮੰਦਰ ਮੱਕੇ ਸ਼ਰੀਫ ਤੋਂ ਮਦੀਨੇ ਦਾ ਤੂੰ ਉਚਰੈ ਹਮਰੇ ਢਿਗ ਸੋ ਤੇ ਤੂੰ ਮਰਦਾਨਾ ਕਹਿੰਦਾ ਵੀ ਨੇੜੇ ਹੀ ਆ। ਕਹਿੰਦੇ 12 ਦਿਨਾਂ ਦਾ ਸਫ਼ਰ ਹੈ ਇੱਥੋਂ। ਇਹ ਪ੍ਰਭ ਕੀਤੇ ਹਜ਼ਾਰ ਆਏ ਛਿਨ ਕਹਿੰਦਾ ਮਹਾਰਾਜ ਭਈ ਮੱਕੇ ਸ਼ਰੀਫ ਦੀ ਜ਼ਿਆਰਤ ਵਾਸਤੇ ਤੇ ਇੱਕ ਛਿਨ ਵਿੱਚ ਹਜ਼ਾਰਾਂ ਮੀਲ ਚੱਲ ਕੇ ਆ ਗਏ ਆਪਾਂ। ਆਵਾਰ ਲੱਗੀ ਨਹਿ ਮਾਹੇ ਆਵਾਰ ਲੱਗੀ ਨਹਿ ਦੋ ਕੋ ਕੋਈ ਵੀ ਦੇਰ ਨਹੀਂ ਲੱਗੀ ਤੇ ਮਹਾਰਾਜ ਝੱਟ ਹੀ ਇੱਕ ਸ਼ਬਦ ਤੁਸਾਂ ਨੇ ਕਿਰਪਾ ਕਰਕੇ ਗਾਵਿਆ ਤੇ ਆਣ ਕਰਕੇ ਤੇ ਇੱਥੇ ਮੱਕੇ ਸ਼ਰੀਫ ਦੇ ਵਿੱਚ ਬੈਠ ਗਏ। ਦੂਰ ਨਾ ਜਾਣਤ ਹੋ ਇਹ ਤੇ ਮਹਾਰਾਜ ਤੇ ਫਿਰ ਇਹ ਤਾਂ ਉਹ ਤੋਂ ਦੂਰ ਨਹੀਂ ਨਾ ਉਹ ਹਜ਼ਾਰਾਂ ਮੀਲ ਦਾ ਸਫ਼ਰ ਸੀ ਇਹ ਤਾਂ ਫਿਰ ਨੇੜੇ ਹੀ ਆ। ਤਤਕਾਲ ਚਲੇ ਤੁਮਰੇ ਸੰਗ ਹੋ ਤੋ ਤੁਹਾਡੇ ਨਾਲ ਤੇ ਮਹਾਰਾਜ ਛੇਤੀ ਚੱਲ ਜਾਵਾਂਗੇ ਅਸੀਂ। ਸ੍ਰੀ ਕਰਤਾਰ ਧਰਾ ਅਵਤਾਰ ਮਰਦਾਨਾ ਕਹਿੰਦਾ ਮਹਾਰਾਜ ਕਰਤਾਰ ਪਰਮੇਸ਼ਰ ਨੇ ਆਪ ਤੁਸੀਂ ਰੂਪ ਧਾਰਨ ਕੀਤਾ ਹੋਇਆ ਹੈ। ਉਦਾਹਰਨ ਕੋ ਕਲ ਕੀ ਨਰ ਜੋ ਕਲਯੁਗ ਦੇ ਜੀਵ ਹਨ ਉਹਨਾਂ ਦਾ ਉਧਾਰ ਕਰਨ ਵਾਸਤੇ ਤੁਸੀਂ ਨੇ ਰੂਪ ਧਾਰਨ ਕੀਤਾ ਹੈ। ਦੋਹਰਾ ਮਰਦਾਨੇ ਤਿਉਰੋ ਕਹਿਓ ਤੋ ਇਸ ਪ੍ਰਕਾਰ ਗੁਰੂ ਸਾਹਿਬ ਕਹਿੰਦੇ ਮਰਦਾਨਾ ਭਈ ਤੇਰਾ ਜੋ ਕਿਹਾ ਹੋਇਆ ਬਚਨ ਹੈ ਹਮਨੇ ਦੇਤ ਹਟਾਏ ਅਸੀਂ ਕਦੇ ਮੋੜਦੇ ਨਹੀਂ ਹਾਂ। ਨਾਮ ਮਦੀਨਾ ਜਾਹੀ ਕੋ ਜਿਸ ਜਗ੍ਹਾ ਦਾ ਨਾਮ ਮਦੀਨਾ ਹੈ ਚਾਲ ਤੁਝ ਦੇਹ ਦਿਖਾਏ ਚੱਲ ਫਿਰ ਤੈਨੂੰ ਮਦੀਨੇ ਦਾ ਵੀ ਦਰਸ਼ਨ ਕਰਵਾ ਦਈਏ। ਕਬਿਤ ਮੰਦ ਮੰਦ ਚਲੇ ਦਿਨ ਦਵਾਦਸ਼ ਮੈਂ ਗਏ ਤਹਿ ਤੋ ਹੌਲੀ ਹੌਲੀ ਚੱਲੇ 12 ਦਿਨਾਂ ਵਿੱਚ ਪਹੁੰਚ ਗਏ। ਪਿਆਸ ਕੇ ਨਿਕਟ ਥਾਨ ਜਾਏ ਸੁਖ ਦਾਨੀਆਂ ਸੁੱਖਾਂ ਦੇ ਦਾਤੇ ਮੇਰੇ ਸਤਿਗੁਰੂ ਨੇੜੇ ਜਾ ਕੇ ਉਸ ਸਥਾਨ ਦੇ ਬਹਿ ਗਏ ਹਨ। ਜਾਨੀ ਹੈ ਮਦੀਨਾ ਮਰਦਾਨੇ ਆਬ ਦੇਖ ਆਓ ਮਹਾਰਾਜ ਕਹਿੰਦੇ ਮਰਦਾਨਾ ਆਪ ਹੀ ਮਦੀਨਾ ਆ ਗਿਆ
ਤੇ ਹੁਣ ਤੂੰ ਜਾ ਕੇ ਦੇਖਿਆ ਦੇਖ ਬੇਕੀ ਚਾਹੇ ਜਾਂ ਕੋ ਰਿਦਾ ਲਲਚਾਨੀਆਂ। ਤੇਰੇ ਹਿਰਦੇ ਵਿੱਚ ਲਾਲਸਾ ਸੀ ਦਰਸ਼ਨ ਕਰਨ ਦੀ, ਤੂੰ ਦਰਸ਼ਨ ਕਰਿਆ। ਦੇਹੰਗੇ ਹਟਾਏ ਕੈਸੋ ਦੇਖੋ ਥਾਨ ਜਾਏ ਪ੍ਰਭੂ। ਮਰਦਾਨਾ ਕਹਿੰਦਾ ਮਹਾਰਾਜ ਜਿੱਦਾਂ ਮੱਕੇ ਸ਼ਰੀਫ ਦੇ ਮੰਦਿਰ ਵਿੱਚ ਜਾਣ ਤੋਂ ਰੋਕਿਆ ਸੀ, ਇੱਥੇ ਵੀ ਮੈਨੂੰ ਰੋਕ ਦੇਣਗੇ, ਕਿੱਦਾਂ ਦਰਸ਼ਨ ਕਰਾਂਗਾ ਮੈਂ। ਸੁਨ ਮੁਸਕਾਨੇ ਮੁਖ ਬਚਨ ਬਖਾਨੀਆਂ। ਸੁਣ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਮੁਸਕਰਾਏ ਤੇ ਬਚਨ ਕੀਤਾ, ਨੈਣ ਇਹਾਂ ਬਾਂਧੇ ਨਾਹੀ ਤੁਰਕ ਸਰੂਪ ਤੇਰੋ। ਤੇਰਾ ਦੇਖ ਭਾਈ ਮੁਸਲਮਾਨਾਂ ਦਾ ਤੇਰਾ ਸਰੂਪ, ਉਹਨਾਂ ਦੇ ਘਰ ਦਾ ਜਨਮ ਹੈ। ਕਹਿੰਦੇ ਇੱਥੇ ਤੇ ਅੱਖਾਂ ਨਹੀਂ ਬੰਦ ਕਰਦੇ, ਕੋਈ ਰੋਕਦਾ ਨਹੀਂ ਹੈ। ਪਰ ਜੇ ਨਾ ਕੋ ਬਿਨ ਸ਼ੰਕਾ ਹੋਇ ਪਿਆਨੀਆਂ। ਤੂੰ ਇਸ ਪਰ ਕੋਈ ਤੈਨੂੰ ਨਹੀਂ ਰੋਕੇਗਾ, ਤੂੰ ਜਾ ਕਰਕੇ ਬਿਨਾਂ ਸ਼ੰਕਾ ਤੋਂ ਹੋ ਕੇ ਜਾ ਤੇ ਜਾ ਕੇ ਦਰਸ਼ਨ ਕਰ। ਕਬਿਤ ਤੁਰਕ ਅਜਿਹੇ ਭੱਠ ਪਏ ਹੋ ਨਾ ਸਾਥੀ ਤਿੰਨ। ਤੇ ਮਰਦਾਨਾ ਕਹਿੰਦਾ ਮਹਾਰਾਜ ਇਹੋ ਜਿਹੇ ਤੁਰਕ ਜਿਹੜੇ ਨਾ ਕਿਤੇ ਭੱਠ 'ਚ ਪੈਣ, ਕਹਿੰਦੇ ਮੈਂ ਨਹੀਂ ਉਹਨਾਂ ਦਾ ਸਾਥੀ ਬਣਦਾ। ਤੁਮਰੇ ਚਰਨ ਕੀ ਸ਼ਰਨ ਗਹਿ ਲੀਨੀ ਹੈ। ਤੁਹਾਡੇ ਚਰਨਾਂ ਦੀ ਸ਼ਰਨ ਲਈ ਮੈਂ ਤੇ ਤੁਹਾਡਾ ਸਿੱਖ ਹਾਂ ਮਹਾਰਾਜ, ਮੈਂ ਨਹੀਂ ਮੁਸਲਮਾਨ ਬਣਦਾ। ਸ੍ਰੀ ਗੁਰੂ ਬਖਾਨੀ ਜੋ ਤੈ ਐਸੋ ਡੇਢ ਜਾਨੀ ਮਨ। ਮਹਾਰਾਜ ਕਹਿੰਦੇ ਨੇ ਦੇਖ ਜੇ ਤੂੰ ਇਹ ਮਨ 'ਚ ਪੱਕਾ ਕੀਤਾ ਵੀ ਤੂੰ ਸਾਡਾ ਸਿੱਖ ਬਣਿਆ ਹੋਇਆ ਹੈ ਤਾਂ ਮੱਕੇ ਕੋ ਪਿਖਨ ਚਾਹੇ ਏਤੀ ਕੈਸੇ ਕੀਨੀ ਹੈ। ਤੂੰ ਫਿਰ ਮੱਕਾ ਸ਼ਰੀਫ ਦੇ ਦਰਸ਼ਨ ਕਰਨ ਦੀ ਇਨੀ ਇੱਛਾ ਕਿਉਂ ਕੀਤੀ ਤੂੰ। ਪੂਜਨ ਨਾ ਆਇਓ ਹਾਂ ਤੋ ਦੇਖਣ ਕੋ ਕਾਜ ਮੇਰੋ। ਮਰਦਾਨਾ ਕਹਿੰਦਾ ਪਾਤਸ਼ਾਹ ਮੈਂ ਕੋਈ ਪੂਜਾ ਕਰਨ ਨਹੀਂ ਆਇਆ ਮੁਸਲਮਾਨ ਬਣ ਕੇ, ਮੈਂ ਤਾਂ ਸਿਰਫ ਦੇਖਣ ਹੀ ਆਇਆ ਹਾਂ ਕਿ ਸੋਭਾ ਬੜੀ ਹੈ ਇਸ ਦੀ। ਤੁਰਕ ਤਾਰੀਫ ਕਰਾਂ ਜਾਨੀ ਮਤ ਹੀਨੀ ਹੈ। ਮੈਂ ਦੇਖਿਆ ਭਈ ਬੜੀਆਂ ਸਿਫਤਾਂ ਕਰਦੇ ਨੇ ਮੁਸਲਮਾਨ ਲੋਕ ਵੀ ਸਾਡਾ ਖੁਦਾ ਦਾ ਘਰ ਹੈ, ਪਰ ਮੈਂ ਤੇ ਦੇਖਿਆ ਮਹਾਰਾਜ ਵੀ ਕੋਈ ਬਹੁਤੀ ਚੰਗੀ ਸੋਚ ਵਾਲੇ ਲੋਕ ਨਹੀਂ ਹਨ। ਉਹ ਐਸੇ ਕਹਿ ਆਇਓ ਐਸੇ ਕਹਿ ਗਇਓ ਜਾਏ ਦੇਖਤ ਸੋ ਭਇਓ ਗੋਰ। ਉਹ ਇਸ ਤਰੀਕੇ ਨਾਲ ਗੁਰੂ ਸਾਹਿਬ ਬਚਨ ਕਰਕੇ ਜਾ ਕੇ ਉਸ ਕਬਰ ਦਾ ਦਰਸ਼ਨ ਕੀਤਾ। ਪੂਰ ਕਰੈ ਉਸਤਤ ਹਿਰਦੇ ਮਾਹੇ ਚੀਨੀ ਹੈ। ਤੇ ਮਨ ਵਿੱਚ ਜਾ ਕਰਕੇ ਦੇਖਿਆ ਜਿਸ ਵੇਲੇ ਇਹ ਕਬਰ ਤਾਂ ਹੈ, ਪਰ ਕਹਿੰਦੇ ਇੰਨੀ ਸੋਭਾ ਜਿਹੜੀ ਆ ਇੱਥੇ ਕੁਝ ਦਿਖਦਾ ਤੇ ਮੈਨੂੰ ਹੈ ਨਹੀਂ ਸੋਭਾ ਵਾਲੀ ਗੱਲ। ਦੋਹਰਾ ਬਹਰੋ ਸ੍ਰੀ ਗੁਰ ਆਪ ਉਠ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਫਿਰ ਉੱਠੇ ਹਨ। ਪਹਿਰੇ ਪੈਰ ਖਰਾਮ। ਤੇ ਮੇਰੇ ਸਤਿਗੁਰੂ ਨੇ ਆਪਣੇ ਚਰਨਾਂ ਵਿੱਚ ਖੜਾਵਾਂ ਤਥਾ ਕੌਂਸ ਕਹਿੰਦੇ ਨੇ ਭਾਈ ਗੁਰਦਾਸ ਜੀ, ਉਹ ਮਹਾਰਾਜ ਨੇ ਪਹਿਰ ਲਈਆਂ। ਚਾਰ ਦੀਵਾਲੀ ਅੰਤਰੇ ਜੋ ਇਸ ਪ੍ਰਕਾਰ ਉਸ ਕਬਰ ਦੇ ਚੌਗਿਰਦ ਦੇ ਵਿੱਚ ਚਾਰ ਦੀਵਾਰੀ ਕੀਤੀ ਹੋਈ ਸੀ। ਗਏ ਗੋਰ ਜਿਹ ਥਾਮ। ਜਿਸ ਥਾਂ ਤੇ ਕਬਰ ਸੀ ਪੈਗੰਬਰ ਮੁਹੰਮਦ ਸਾਹਿਬ ਦੀ, ਉੱਥੇ ਗੁਰੂ ਸਾਹਿਬ ਜੀ ਖੜਾਵਾਂ ਪਾ ਕੇ ਗਏ ਹਨ। ਉਤੇ ਮਲਾਨੇ ਬਹੁ ਜਹਾਂ। ਬੜੇ ਮੁੱਲਾ ਲੋਕ ਉੱਥੇ ਬੈਠੇ ਹੋਏ ਸਨ। ਵੈਸੇ ਕਰਹੀ ਸੇਵ। ਬੈਠ ਕੇ ਸੇਵਾ ਕਰਦੇ ਸਨ ਉਸ ਜਗ੍ਹਾ ਤੇ। ਸ੍ਰੀ ਨਾਨਕ ਕੋ ਦੇਖ ਕਰ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਦੇਖ ਕੇ ਉਹਨਾਂ ਨੇ ਬੋਲੇ ਲਖਿਓ ਨਾ ਭੇਵ। ਉਹਨਾਂ ਨੂੰ ਭੇਦ ਨਹੀਂ ਸੀ ਪਤਾ ਮਹਾਰਾਜ ਦਾ, ਇਸ ਵਾਸਤੇ ਬਚਨ ਕੀਤਾ ਗੁਰੂ ਸਾਹਿਬ ਨੂੰ ਕਹਿੰਦੇ ਹਨ ਉਹ ਹੈ ਪੈਰ ਖਰਾਮ ਤੂੰ। ਤੋ ਕੌਣ ਹੋ ਤੁਸੀਂ ਜਿਹਨਾਂ ਨੇ ਪੈਰਾਂ 'ਚ ਖੜਾਵਾਂ ਪਾਈਆਂ ਹੋਈਆਂ ਪਹਿਰ ਸਮੀਪ ਆਏ। ਤੇ ਤੁਸੀਂ ਇਸ ਪਵਿੱਤਰ ਸਥਾਨ ਤੇ ਕਬਰ ਦੇ ਕੋਲ ਆ ਗਏ ਹੋ। ਮਤ ਤੇਰੀ ਅਣਜਾਣ ਹੈ। ਸਾਨੂੰ ਲੱਗਦਾ ਭਈ ਤੁਹਾਡੀ ਮਤ ਅਣਜਾਣ ਹੈ, ਸਤਿਕਾਰ ਨਹੀਂ ਰੱਖਿਆ ਤੁਸੀਂ। ਜਾਰਤ ਰੀਤ ਨਾ ਪਾਏ। ਤੁਸੀਂ ਯਾਤਰਾ ਕਰਨ ਦੀ, ਇਹਨਾਂ ਸਥਾਨਾਂ ਦੀ ਯਾਤਰਾ ਕਰਨ ਦੀ ਮਰਜ਼ਾਦਾ ਨਹੀਂ ਜਾਣਦੇ ਹੋ। ਅਦਬ ਮੁਹੰਮਦ ਕੋ ਨਾ ਕੀਏ। ਤੁਸਾਂ ਨੇ ਸ੍ਰੀ ਪੈਗੰਬਰ ਮੁਹੰਮਦ ਸਾਹਿਬ ਜੀ ਦਾ ਸਤਿਕਾਰ ਨਹੀਂ ਕੀਤਾ। ਇਹੋ ਰਸੂਲ ਮੁਕਾਮ। ਕਿਉਂਕਿ ਰਸੂਲ ਸਾਡੇ ਪੈਗੰਬਰ ਦਾ ਇਹ ਮੁਕਾਮ ਸਥਾਨ ਹੈ। ਪਾਛੇ ਹਟ ਜਾਈਏ ਅਬੈ। ਇਸ ਲਈ ਤੁਸੀਂ ਪਿੱਛੇ ਹਟ ਜਾਓ। ਸੁਣ ਬੋਲੇ ਗੁਣ ਧਾਮ। ਸੁਣ ਕੇ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਇਹਨਾਂ ਮੁੱਲਾਂ ਮੁਲਾਣਿਆਂ ਦੇ ਨਾਲ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਧੰਨ ਸਤਿਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਕਹਿੰਦੇ ਭਈ ਸਾਡਾ ਇਹ ਮੁਕਾਮ, ਭਾਵ ਹੈ ਕਿ ਜਿੱਥੇ ਇਹਨਾਂ ਲੋਕਾਂ ਦੀ ਸਤਿਕਾਰਯੋਗ ਲੋਕਾਂ ਦੀ ਕਬਰ ਹੁੰਦੀ ਉਹਨੂੰ ਮੁਕਾਮ ਬੋਲਦੇ ਨੇ, ਫਲਾਣੇ ਪੀਰ ਦਾ ਮੁਕਾਮ ਹੈ। ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਕਹਿੰਦੇ ਵੀ ਸਾਡੇ ਪੈਗੰਬਰ ਸਾਹਿਬ ਦਾ ਰਸੂਲ ਦਾ ਮੁਕਾਮ ਹੈ, ਤੁਸੀਂ ਸਤਿਕਾਰ ਨਹੀਂ ਕੀਤਾ, ਮਰਜ਼ਾਦਾ ਨਹੀਂ ਜਾਣਦੇ। ਸਤਿਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਸ਼ਬਦ ਉਚਾਰਨ ਕੀਤਾ ਹੈ ਜੀ। ਮੁਕਾਮ ਕਾਰ ਘਰ ਬੈਸਣਾ। ਗਰੀਬ ਨਵਾਜੀ ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦੂਜੇ ਘਰ ਵਿੱਚ ਸ਼ਬਦ ਉਚਾਰਨ ਕੀਤਾ। ਮਹਾਰਾਜ ਕਹਿੰਦੇ ਦੇਖੋ ਮੁਕਾਮ ਕਰ ਘਰ ਬੈਸਣਾ। ਸੋ ਇਹ ਇਸ ਤਰ੍ਹਾਂ ਮੁਕਾਮ ਨੂੰ ਘਰ ਜਾਣ ਕਰਕੇ ਜੋ ਬਹਿ ਜਾਣਾ ਹੈ। ਨਿਤ ਚੱਲਣਾ ਕੀ ਧੋਖ। ਕਹਿੰਦੇ ਭਈ ਨਿਤ ਚੱਲਣ ਦਾ ਧੋਖਾ ਬਣਿਆ ਹੀ ਰਹਿੰਦਾ ਹੈ, ਬੰਦੇ ਦਾ ਠਿਰ ਟਿਕਾਣਾ ਨਹੀਂ ਦੁਨੀਆ 'ਚ। ਮੁਕਾਮ ਤਾਂ ਪਰ ਜਾਣੀਐ। ਦੇਖੋ ਭਾਈ ਮੁਕਾਮ ਤਾਂ ਜਾਣੀਦਾ ਹੈ ਇਸਤਤ ਜਗ੍ਹਾ। ਜਾਂ ਰਹਿ ਨਿਸ਼ਚਲ ਲੋਕ। ਜੇ ਇਹ ਲੋਕ ਨਿਸ਼ਚਲਾ ਚੱਲ ਰਹਿਣਾ ਹੋਵੇ ਤੇ ਸਮਝੀਏ ਵੀ ਸਾਡਾ ਸਰੀਰ, ਸਾਡੀ ਕਬਰ ਜਾਂ ਸਾਡਾ ਘਰ ਜਿਹੜਾ ਵੀ ਟਿਕਾਣਾ ਸਾਡਾ ਪੱਕਾ ਹੈ। ਦੁਨੀਆ ਕੈਸ ਮੁਕਾਮੀ। ਦੇਖੋ ਦੁਨੀਆ ਦੀ ਮੁਕਾਮ ਸਥਿਤੀ ਕੀ ਹੈ ਦੇਖ ਲਓ। ਕਰ ਸਿੱਧਕ ਕਰਨੀ ਖਰਚ ਵੱਧ ਹੋ ਲਾਗ ਰਹੋ ਨਾਮੇ। ਭਾਈ ਜੇ ਤੁਸੀਂ ਮੁਕਾਮ ਪ੍ਰਾਪਤ ਕਰਨਾ, ਕਰ ਸਿਦਕ
ਇੱਕ ਤਾਂ ਸਿਦਕ ਸੰਤੋਖ ਰੱਖੋ, ਭਰੋਸਾ ਪਰਮੇਸ਼ਵਰ ਤੇ ਸੰਤੋਖ ਰੱਖੋ। ਕਰ ਸਿਦਕ, ਕਰਨੀ ਖਰਚ ਬੰਦੋ, ਤੇ ਕਹਿੰਦੇ ਆਪਣੇ ਪੱਲੇ ਖਰਚਾ ਕਰਨੀ, ਰੱਬ ਦੀ ਜੋ ਕਰਨੀ ਭਗਤੀ ਕਰਨੀ ਹੈ, ਤੇ ਲਾਗ ਰਹੋ ਨਾਮੇ, ਪਰਮੇਸ਼ਰ ਦੇ ਨਾਮ ਵਿੱਚ ਲੱਗੇ ਰਹੋ, ਤਾਂ ਤੁਸੀਂ ਮੁਕਾਮ ਇਸਤਤੀ ਪ੍ਰਾਪਤ ਕਰੋਗੇ। ਰਹਾਉ ਜੋਗੀ ਤਾਂ ਆਸਣ ਕਰ ਬਹਿ। ਹਜੂਰ ਕਹਿੰਦੇ ਰਹੋ ਵਿਸ਼ਰਾਮ ਦੇ ਕੇ, ਕਹਿੰਦੇ ਜਿਹੜੇ ਜੋਗੀ ਲੋਕ ਨੇ ਉਹ ਆਪਣੇ ਆਸਣ ਕਰਕੇ ਬਹਿ ਜਾਂਦੇ ਹਨ, ਮੁੱਲਾਂ ਬਹਿ ਮੁਕਾਮ। ਤੇ ਤੁਸੀਂ ਮੁੱਲਾਂ ਲੋਕ ਇਹੋ ਮੁਕਾਮ ਬਣਾ ਕਰਕੇ ਕਬਰਾਂ 'ਚ ਬਹਿ ਜਾਂਦੇ ਹੋ। ਪੰਡਤ ਵਖਾਣੇ ਪੋਥੀਆਂ, ਜਿਹੜੇ ਪੰਡਤ ਲੋਕ ਨੇ ਆਪਣੇ ਧਾਰਮਿਕ ਪੋਥੀਆਂ ਜਿਹੜੀਆਂ ਉਹਨਾਂ ਦਾ ਵਿਖਿਆਨ ਕਰਦੇ ਹਨ। ਸਿੱਧ ਬਹਿ ਦੇਵ ਸਥਾਨ, ਤੇ ਜਿਹੜੇ ਸਿੱਧ ਲੋਕ ਨੇ ਜੋਗੀਆਂ ਦੇ, ਉਹ ਦੇਵਤਿਆਂ ਦੇ ਸਥਾਨ ਤੇ ਬਹਿ ਜਾਂਦੇ ਹਨ। ਸੁਰ ਸਿੱਧ ਗਣ ਗੰਧਰਵ ਮੁਨ ਜਨ, ਜਿਤਨੇ ਵੀ ਸੁਰ ਦੇਵਤੇ ਹਨ, ਸਿੱਧ ਲੋਕ ਹਨ, ਗੰਧਰਵ ਦੇਵਤਿਆਂ ਦੇ ਰਾਗੀ, ਮੁਨੀ ਲੋਕ, ਜਨ ਸੇਵਕ ਲੋਕ ਜਿਤਨੇ ਹਨ, ਗਨ ਬਹੁਤ ਸਾਰੇ। ਸੇਖ ਪੀਰ ਸਲਾਰ, ਤੁਹਾਡੇ ਮੁਸਲਮਾਨਾਂ ਦੇ ਸੇਖ, ਜਿੱਦਾਂ ਸਾਡੇ ਬ੍ਰਾਹਮਣ ਜਾਤੀ ਹੈ 4 ਵਰਨਾਂ 'ਚ, ਉਹਨਾਂ ਵਿੱਚ ਸੇਖ ਨੇ, ਵੱਡੇ ਮੰਨੇ ਜਾਂਦੇ ਹੈ। ਸੇਖ ਤੇ ਪੀਰ ਜਿਹੜੇ ਸਤਿਕਾਰਯੋਗ ਪੂਜਨੀਕ, ਸਲਾਰ ਜਿਹੜੇ ਸਿੱਕਾ ਸਲਾਰ ਹਨ, ਸਰਦਾਰ ਕਹਾਉਂਦੇ। ਦਰ ਕੂਚ ਕੂਚਾ ਕਰ ਗਏ, ਪਰ ਕਹਿੰਦੇ ਇਥੋਂ, ਇਸ ਦਰ ਤੋਂ, ਸੰਸਾਰ ਤੋਂ ਸਾਰੇ ਕੂਚ ਕੂਚਾ ਕਰ ਗਏ, ਸਾਰੇ ਆਏ ਤੇ ਦੁਨੀਆ ਤੋਂ ਤੁਰ ਗਏ। ਅਵਰੇ ਪੇ ਚੱਲਣ ਹਾਰ, ਤੇ ਜਿਹੜੇ ਬਾਕੀ ਹਨ ਉਹ ਵੀ ਚੱਲਣ ਵਾਲੇ ਨੇ, ਸਦਾ ਰਹਿਣ ਵਾਲੇ ਇੱਥੇ ਨਹੀਂ ਹਨ। ਸੁਲਤਾਨ ਖਾਨ ਮਲੂਕ ਉਮਰੇ, ਜਿਤਨੇ ਸੁਲਤਾਨ ਖਾਨ ਨੇ, ਸੁਲਤਾਨ ਚੱਕਰਵਰਤੀ ਬਾਦਸ਼ਾਹ, ਖਾਨ ਲੋਕ ਜਿਹੜੇ ਪਠਾਣਾ ਦੇ, ਸੋ ਉਮਰੇ ਆਦਿਕ, ਸੋ ਇਹਨਾਂ ਦੇ ਉਮਰ ਹੁੰਦੇ ਨੇ ਜਿਸ ਪ੍ਰਕਾਰ ਖਲੀਫੇ ਆਦਿਕ ਸਤਿਕਾਰਯੋਗ ਸਾਰੇ ਜਿਹੜੇ ਹਨ। ਗਏ ਕਰ ਕਰ ਕੂਚ, ਭਾਈ ਦੁਨੀਆ ਵਿੱਚ ਆਏ ਸਾਰੇ ਹੀ ਕੂਚ ਕਰਕੇ ਚੱਲ ਗਏ ਦੁਨੀਆ ਤੋਂ। ਘੜੀ ਮੁਹਤ ਕੇ ਚੱਲਣਾ, ਇਹ ਨਹੀਂ ਪਤਾ ਘੜੀ ਕ 2 ਘੜੀਆਂ ਦੇ ਵਿੱਚ ਕਿੰਨੇ ਚੱਲ ਪੈਣਾ ਹੈ ਦੁਨੀਆ ਤੋਂ। ਦਿਲ ਸਮਝ ਤੂੰ ਵੀ ਪਹੁੰਚ, ਇਸ ਵਾਸਤੇ ਦਿਲ ਵਿੱਚ ਸਮਝੋ ਕਿ ਤੁਸੀਂ ਵੀ ਪਹੁੰਚਣ ਵਾਲੇ, ਅਸਾਂ ਵੀ ਉੱਥੇ ਜਾਣਾ, ਸਭਨਾਂ ਨੇ ਜਾਣਾ ਹੈ। ਸਬਦਾਹ ਮਾਹੇ ਵਖਾਣੀ ਹੈ। ਹਜੂਰ ਕਹਿੰਦੇ ਦੇਖੋ ਸ਼ਬਦਾਂ ਵਿੱਚ ਉਪਦੇਸ਼ ਕਰ ਕਰਕੇ ਵਿਖਿਆਨਤਾ ਕੀਤਾ, ਦੱਸਿਆ ਹੈ, ਸਮਝਾਇਆ। ਬਿਰਲਾ ਤਾਂ ਬੂਝਾ ਕੋਈ, ਪਰ ਸਮਝਦਾ ਕੋਈ ਬਿਰਲਾ ਹੀ ਬਿਰਲਾ ਹੈ ਇਹਨਾਂ ਗੱਲਾਂ ਨੂੰ। ਨਾਨਕ ਵਖਾਣਾ ਬੇਨਤੀ, ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਬੇਨਤੀ ਕਰਦੇ ਹਨ। ਜਲ ਥਲ ਮਹੀਲ ਸੋਏ, ਭਾਈ ਉਹ ਪਰਮੇਸ਼ਵਰ ਜਿਹੜਾ ਜਲਾਂ ਵਿੱਚ, ਥਲਾਂ ਵਿੱਚ, ਧਰਤੀ ਆਕਾਸ਼ ਸਾਰੇ ਹੀ ਵਿਆਪਕ ਹੈ। ਅੱਲਾਹ ਅਲਖ ਅਗੰਮ ਕਾਦਰ, ਉਹ ਭਾਈ ਅੱਲਾਹ ਜਿਹਨੂੰ ਤੁਸੀਂ ਅੱਲਾ ਕਹਿੰਦੇ ਹੋ, ਪਾਕ ਪਵਿੱਤਰ। ਅੱਲਾਹੋ ਅਲਖ ਜੋ ਸ਼ੁੱਧ ਮਨ ਕਰ, ਅਸ਼ੁੱਧ ਮਨ ਦਾ ਲਖਿਆ ਨਹੀਂ ਜਾਂਦਾ ਹੈ। ਅਲਖ ਕਾਦਰ ਜੋ ਕੁਦਰਤ ਦਾ ਕਰਤਾ ਹੈ। ਕਰੀਮ ਜੋ ਬਖਸ਼ਿਸ਼ ਕਰਨ ਵਾਲਾ ਹੈ। ਅਗੰਮ ਜੋ ਮਨ ਦੀ ਗਮਤਾ ਤੋਂ ਪਰੇ ਹੈ। ਕਰਨਹਾਰ ਕਰੀਮ, ਉਹ ਕਰੀਮ ਬਖਸ਼ਿਸ਼ ਕਰਨ ਵਾਲਾ ਪਰਮੇਸ਼ਰ ਸਭ ਕੁਝ ਕਰਨ ਨੂੰ ਸਮਰੱਥ ਜੋ ਹੈ। ਸਭ ਦੁਨੀਆ ਆਵਣ ਜਾਵਣੀ, ਸਾਰੀ ਦੁਨੀਆ ਆਉਣ ਜਾਣ ਵਾਲੀ ਹੈ। ਮੁਕਾਮ ਏਕ ਰਹੀਮ, ਜਿਹਨੂੰ ਤੁਸੀਂ ਰਹਿਮ ਦਿਲ ਕਹਿੰਦੇ ਹੋ, ਇੱਕੋ ਹੀ ਮੁਕਾਮ ਸਦਾ ਟਿਕਣ ਵਾਲਾ ਪਰਮੇਸ਼ਰ ਹੀ ਹੈ। ਬਾਕੀ ਸਭ ਕੁਝ ਹੀ ਕੂਚ ਕੂਚਾ ਕਰਨ ਜਾਣ ਵਾਲੇ ਹਨ। ਮੁਕਾਮ ਤਿਸ ਨੂੰ ਆਖੀਐ, ਮਹਾਰਾਜ ਕਹਿੰਦੇ ਮੁਕਾਮ ਤੁਸੀਂ ਕਬਰ ਨੂੰ ਕਹਿੰਦੇ ਹੋ, ਪਰ ਕਹਿੰਦੇ ਮੁਕਾਮ ਤਾਂ ਉਸ ਨੂੰ ਕਿਹਾ ਜਾਂਦਾ ਹੈ ਜਿਸ ਸਿਸ ਨਾ ਹੋਵੀ ਲੇਖ, ਜਿਸ ਦੇ ਸਿਰ ਤੇ ਕੋਈ ਲੇਖ ਨਹੀਂ, ਕੋਈ ਕਰਮਾਂ ਦਾ ਬੱਧਾ ਨਹੀਂ ਦੁਨੀਆ 'ਚ ਆਇਆ, ਜਿਹਨੂੰ ਮਰ ਕੇ ਜਾਣਾ ਪਊਗਾ। ਅਸਮਾਨ ਧਰਤੀ ਚੱਲਸੀ, ਦੇਖੋ ਅਸਮਾਨ ਵੀ ਹੈ, ਧਰਤੀ ਵੀ, ਸਾਰੀ ਚੱਲਣ ਵਾਲੀ ਜਾਣ ਵਾਲੀ ਹੈ। ਮੁਕਾਮ ਉਹੀ ਏਕ, ਉਹੀ ਇੱਕੋ ਇੱਕ ਅੱਲਾ ਪਾਕ ਪਵਿੱਤਰ ਅਕਾਲ ਪੁਰਖ ਸਰਬ ਵਿਆਪਕ ਜਿਹੜਾ ਹੈ, ਕਹਿੰਦੇ ਉਹੀ ਸਦਾ ਮੁਕਾਮ ਇਸਤਤ ਰਹਿਣ ਵਾਲਾ ਹੈ। ਦਿਨ ਰਵ ਚੱਲੈ, ਨਿਸ ਸੱਸ ਚੱਲੈ, ਦੇਖੋ ਦਿਨ ਵੀ ਚਲੇ ਜਾਣ ਵਾਲਾ ਹੈ, ਸੂਰਜ ਵੀ ਚਲੇ ਜਾਣ ਵਾਲਾ ਹੈ, ਰਾਤ ਵੀ ਤੁਰ ਜਾਣ ਵਾਲੀ ਹੈ, ਚੰਦਰਮਾ ਵੀ ਤੁਰ ਜਾਣ ਵਾਲਾ, ਵਿਨਾਸ਼ ਹੋਣ ਵਾਲਾ ਹੈ। ਤਾਰਕਾ ਲੱਖ ਪਲੋਏ, ਲੱਖਾਂ ਹੀ ਜਿਹੜੇ ਤਾਰੇ ਪਲੋਏ ਪਲਾ ਜਾਣ ਵਾਲੇ, ਤੁਰ ਜਾਣ ਵਾਲੇ ਹਨ। ਮੁਕਾਮ ਉਹੀ ਏਕ ਹੈ, ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰੀ, ਉਹ ਮੁਕਾਮ ਭਾਵ ਇਸਤਤ ਸਦਾ ਕਾਇਮ ਬਲਜਾਤ ਹੈ। ਨਾਨਕਾ ਸੱਚ ਬਗੋਏ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਸੱਚ ਬਗੋਏ, ਸੋ ਸੱਚ ਕਥਨ ਕਰਦੇ ਹਾਂ, ਫਾਰਸੀ ਦੇ ਅੱਖਰ ਹਨ। ਦੋਹਰਾ ਸ਼ਬਦ ਪੜਿਓ ਸ੍ਰੀ ਬਦਨ ਜਬ, ਜਦੋਂ ਸ਼੍ਰੋਮਣੀ ਮੁਖ ਤੋਂ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਹੈ ਤਾਂ ਨਿਵੀ ਗੌਰ ਪਾਦੇ ਹੋਰ, ਤਾਂ ਜਿਹੜੀ ਪੈਗੰਬਰ ਮੁਹੰਮਦ ਸਾਹਿਬ ਦੀ ਕਬਰ ਸੀ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕ ਗਈ, ਕਬਰ ਵੀ ਝੁਕੀ ਹੈ। ਮੱਕੇ ਦਾ ਜਿਹੜਾ ਕਾਬੇ ਦਾ ਮੰਦਿਰ ਹੈ ਉਹ ਵੀ ਚਰਨਾਂ ਨਾਲ ਘੁੰਮਿਆ ਹੈ, ਜਿਹੜੀ ਇਹ ਕਬਰ ਸੀ ਇਹ ਵੀ ਗੁਰੂ ਸਾਹਿਬ ਦੇ ਚਰਨਾਂ ਤੇ ਝੁਕੀ ਹੈ। ਨਮਸਕਾਰ ਕਰ ਪੁਨ ਹਟੀ, ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਫਿਰ ਮੁੜ ਕੇ ਆਪਣੇ ਥਾਂ ਤੇ ਹੋ ਗਈ ਹੈ। ਇਉਂ ਕਬਰ ਨੇ, ਪੈਗੰਬਰ ਸਾਹਿਬ ਦੀ ਕਬਰ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਹੈ। ਸ਼ਹਿਰਾਨੀ ਨਿਜ ਠੌਰ, ਇਸ ਤਰੀਕੇ ਦੇ ਨਾਲ ਮੇਰੇ ਸਤਿਗੁਰੂ ਪਾਤਸ਼ਾਹ ਨੇ ਉਸ ਸਥਾਨ ਤੇ ਕਿਰਪਾ ਕੀਤੀ। ਮੁੱਲਾ ਸਰਬ ਬਿਲੋਕ ਕੈ, ਸਾਰੇ ਮੁੱਲਾ ਮੁਲਾਣੇ ਜਦੋਂ ਉਹਨਾਂ ਨੇ ਤੱਕਿਆ ਵੀ ਹੈਰਾਨੀ ਦੀ ਗੱਲ ਹੈ, ਅਸੀਂ
ਕਹਿ ਰਹੇ ਹਾਂ ਵੀ ਤੁਸੀਂ ਖੜਾਵਾਂ ਪਾ ਕੇ ਆ ਗਏ ਹੋ, ਮਰਜ਼ਾਦਾ ਦਾ ਨਹੀਂ ਪਤਾ, ਤੇ ਸਾਡੇ ਪੈਗੰਬਰ ਦੀ ਤੇ ਕਬਰ ਨਮਸਕਾਰ ਕਰਦੀ ਗੁਰੂ ਸਾਹਿਬ ਨੂੰ। ਬਿਸਮਾਨੇ ਮਨ ਮਾਹੀ। ਤੇ ਬੜਾ ਭਾਰੀ ਮਨ ਵਿੱਚ ਹੈਰਾਨ ਹੋ ਗਏ ਸਾਰੇ ਇਹ ਮੁੱਲਾਂ ਆਦਿ ਜਿਹੜੇ ਬੈਠੇ ਉੱਥੇ ਇਮਾਮ ਸਨ। ਤਨ ਖੁਦਾਏ ਸਮਝਾਨ ਕੈ। ਇਹਨਾਂ ਸੋਚਿਆ, ਕਹਿੰਦੇ ਵੀ ਜਿਹਨੂੰ ਪੈਗੰਬਰ ਸਾਡੇ ਦੀ ਕਬਰ ਝੁਕ ਗਈ ਹੈ ਤਾਂ ਖੁਦਾ ਦਾ ਰੂਪ ਨੇ। ਇਉਂ ਜਾਣ ਕੇ ਇਹਨਾਂ ਨੇ ਨਿਵੇ ਚਰਨ ਚਿਤ ਚਾਹੀ। ਤੋ ਇਸ ਪ੍ਰਕਾਰ ਚਿੱਤ ਦੀ ਇੱਛਾ ਕਰਕੇ ਗੁਰੂ ਸਾਹਿਬ ਦੇ ਚਰਨਾਂ ਤੇ ਸਭਨਾ ਨਮਸਕਾਰ ਕੀਤੀ ਹੈ। ਅਧਿਕ ਮੁਹੱਬਤ ਸਭਨ ਤੇ। ਤੋ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਇਉਂ ਸਤਿਕਾਰ ਕੀਤਾ। ਹਮ ਉੱਤਮ ਹੈ ਤਾਹੀ। ਕਹਿੰਦੇ ਅਸੀਂ ਸੋਚਦੇ ਸੀ ਮੁਹੰਮਦ ਸਾਹਿਬ ਸਭ ਤੋਂ ਉੱਚੇ ਤੇ ਅਸੀਂ ਤਾਂ ਹੀ ਵੱਡੇ ਹਾਂ। ਗੋਰ ਨਵੀ ਤੇ ਅਗਰ ਜਹ। ਤੇ ਸਾਡੇ ਪੈਗੰਬਰ ਸਾਹਿਬ ਦੀ ਜੋ ਗੋਰ ਕਬਰ ਹੈ ਜਦੋਂ ਗੁਰੂ ਸਾਹਿਬ ਦੇ ਚਰਨਾਂ ਤੇ ਝੁਕੀ ਹੈ ਤਾਂ ਹਮ ਕਿਉਂ ਨਿਵੈ ਸੋ ਨਾਹੀ। ਅਸੀਂ ਕਿਉਂ ਨਾ ਨਿਮੀਆਂ, ਕਿਉਂ ਨਾ ਮੱਥਾ ਟੇਕੀ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਤੋ ਗੁਰੂ ਸਵਾਰੀ ਸਾਧ ਸੰਗਤ ਜੀ, ਇਹ ਜਿਹੜੇ ਐਸੇ ਮੇਰੇ ਸਤਿਗੁਰੂ ਦੇ ਅਚਰਜ ਕੌਤਕ ਨੇ ਜੋ ਬੁੱਧੀ ਨਿਸ਼ਚੇ ਵਾਲੀ ਨਹੀਂ ਹੈ ਗੁਰੂ ਤੇ, ਉਹਨਾਂ ਤੇ ਤਰਕਾਂ ਆ ਜਾਂਦੀਆਂ ਨੇ ਵੀ ਇਹ ਕਿੱਦਾਂ ਹੋ ਸਕਦਾ ਹੈ। ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬਹੁਤ ਵਾਰੀ ਐਸੇ ਕੌਤਕ ਹੋਏ ਨੇ। ਦਾਸ ਨੂੰ ਸਮਾਂ ਮਿਲਿਆ ਮਹਾਂਪੁਰਖਾਂ ਦੇ ਬਚਨਾਂ ਦੇ ਨਾਲ ਕਰਨਾਲ ਦੇ ਵਿੱਚ ਸਾਹਿਬ ਗੁਰੂ ਨਾਨਕ ਸਾਹਿਬ ਦਾ ਮੰਜੀ ਸਾਹਿਬ ਸਥਾਨ ਹੈ, ਉੱਥੇ ਸੇਵਾ ਕਰਨ ਦਾ ਸੁਭਾਗ ਮਿਲਿਆ। ਜਦੋਂ ਕੁਰਖੇਤਰ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੂਰਜ ਗ੍ਰਹਿਣ ਦੇ ਮੌਕੇ 'ਤੇ ਅੱਗ ਬਾਲ ਕਰਕੇ ਦੇਗਚਾ ਰੱਖ ਦਿੱਤਾ। ਸਾਰਾ ਹੀ ਇਹ ਜਿਹੜਾ ਮੇਲਾ ਸੀ ਗੁਰੂ ਸਾਹਿਬ ਦੇ ਦੁਆਲੇ ਹੋ ਗਿਆ। ਤੇ ਗੁਰੂ ਸਾਹਿਬ ਨੇ ਜਦੋਂ ਬਚਨ ਵਿਲਾਸ ਕੀਤੇ ਤੇ ਇਹਨਾਂ ਸਭ ਲੋਕਾਂ ਨੂੰ ਮਹਾਰਾਜ ਨੇ ਸੁਮੱਤ ਬਖਸ਼ੀ। ਜਦੋਂ ਇੱਥੋਂ ਫਿਰ ਇਹ ਜਿਹੜੇ ਇਹ ਪ੍ਰਕਾਰ ਕਰਨਾਲ ਦੇ ਕੁਝ ਪ੍ਰੇਮੀ ਸਨ, ਗੁਰੂ ਸਾਹਿਬ ਨੂੰ ਬੇਨਤੀ ਕਰਕੇ ਉੱਥੇ ਲੈ ਗਏ। ਉੱਥੇ ਇੱਕ ਕਲੰਦਰੀ ਪੀਰ ਸੀ ਤੇ ਉੱਥੇ ਜਗ੍ਹਾ ਬਣੀ ਸੀ ਤੇ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਉੱਥੇ ਮੰਜੀ ਢਾ ਦਿੱਤੀ ਤੇ ਗੁਰੂ ਸਾਹਿਬ ਨੂੰ ਮੰਜੀ ਤੇ ਬਿਠਾ ਦਿੱਤਾ ਪ੍ਰੇਮ ਦੇ ਨਾਲ। ਜਦੋਂ ਇਹ ਕਲੰਦਰੀ ਪੀਰ ਨੂੰ ਪਤਾ ਲੱਗਾ ਭਈ ਇੱਥੇ ਕੋਈ ਆ ਗਿਆ ਹੈ, ਐਸਾ ਪੀਰ ਹੈ ਜਿਹੜਾ ਮੰਜੀ ਢਾ ਕੇ ਬਹਿ ਗਿਆ, ਉਹ ਕਿਸੇ ਨੂੰ ਬਹਿਣ ਨਹੀਂ ਸੀ ਦਿੰਦਾ ਮੰਜੀ ਤੇ, ਆਪਣੇ ਤੋਂ ਉੱਚਾ ਨਹੀਂ ਸੀ ਬਹਿਣ ਦਿੰਦਾ। ਉਹਨੇ ਕੀ ਕੀਤਾ ਵੀ ਉੱਥੇ ਅਜੇ ਤੱਕ ਉਹਦਾ ਨਾਮ ਹੈ ਕਲੰਦਰੀ ਗੇਟ। ਉਹ ਕੰਧ ਹੈ ਪੁਰਾਣੀ, ਗੇਟ ਬਣਿਆ ਹੋਇਆ, ਕਲੰਦਰੀ ਗੇਟ ਉਹਦਾ ਨਾਮ ਹੈ। ਉਹ ਪੀਰ ਜਿਹੜਾ ਸੀ ਕਲੰਦਰੀ ਪੀਰ, ਸੋ ਉੱਥੇ ਦੇ ਬਜ਼ੁਰਗ ਦੱਸਦੇ ਵੀ ਉਸ ਕੰਧ ਤੇ ਬੈਠ ਕੇ ਕੰਧ ਭਜਾ ਕੇ ਆਇਆ ਗੁਰੂ ਸਾਹਿਬ ਜੀ ਨੂੰ ਡਰਾਉਣ ਵਾਸਤੇ। ਤੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਨਿਗਾਹ ਪਾਈ, ਕੰਧ ਉੱਥੇ ਹੀ ਖੜ ਗਈ। ਗੁਰੂ ਸਾਹਿਬ ਦੇ ਅਸਥਾਨ ਤੋਂ ਕਾਫੀ ਹਟਮਾ ਉਹ ਗੇਟ ਜਿਹੜਾ ਹੈ ਕਲੰਦਰੀ ਗੇਟ ਉਹਦਾ ਨਾਂ ਹੈ। ਤੇ ਉਹ ਜਿਸ ਵੇਲੇ ਉੱਥੇ ਰੁਕ ਗਿਆ, ਜਿਸਨੇ ਉਸਨੇ ਆਪਣੀ ਕਰਾਮਾਤ ਦਾ ਬਲ ਲੈ ਨਹੀਂ ਪੇਸ਼ ਚੱਲੀ, ਫਿਰ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਝੁਕਿਆ ਸੀ। ਉਹ ਕੰਧਾਂ ਭਜਾ ਕੇ ਵੀ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਸਨ। ਇੱਕ ਬਚਨ ਦਾਸ ਉੱਥੇ ਹੀ ਕਰਨਾਲ ਸੇਵਾ ਕਰਦਾ ਸੀ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਕੋਲ ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖਾਂ ਨੇ ਮੇਰੀ ਡਿਊਟੀ ਲਾ ਦਿੱਤੀ ਸੀ ਉਸ ਪਾਵਨ ਸਥਾਨ ਤੇ, ਬਾਬਾ ਹਰਬੰਸ ਹੋਣਾ ਦਿੱਲੀ ਵਾਲਿਆਂ ਕੋਲ। ਤੇ ਮਹਾਂਪੁਰਖਾਂ ਦੀ ਸੇਵਾ ਇੱਧਰ ਕਸ਼ਮੀਰ ਦੇ ਵਿੱਚ ਵੀ ਹੈ, ਉੱਧਰ ਵੀ ਬਾਰਾਮੂਲੇਵਾਲ ਛੇਵੇਂ ਪਾਤਸ਼ਾਹ ਮਹਾਰਾਜ ਦਾ ਸਥਾਨ ਹੈ, ਉੱਥੇ ਸੇਵਾ ਕਰਨ ਜਾਂਦੇ ਸੇਵਕ। ਤੇ ਇੱਕ ਦਿਨ ਇਸ ਤਰ੍ਹਾਂ ਅਸੀਂ ਬੈਠੇ ਸਾਂ, ਪ੍ਰੇਮ ਬੜਾ ਸੀ ਮਹਾਂਪੁਰਖਾਂ ਦੇ ਨਾਲ ਵੀ ਤੇ ਮਹਾਂਪੁਰਖਾਂ ਦੇ ਸੇਵਕ ਬੜਾ ਪ੍ਰੇਮ ਕਰਦੇ ਸੀ। ਤੇ ਉਹਨਾਂ ਸੇਵਾਦਾਰਾਂ ਨੇ ਮੇਰੇ ਨਾਲ ਬਚਨ ਕੀਤਾ, ਕਹਿੰਦੇ ਗਿਆਨੀ ਜੀ ਕਈ ਗੱਲਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ, ਉਹ ਲਿਖਤਾਂ 'ਚ ਨਹੀਂ ਆਈਆਂ ਤੇ ਨਾ ਲੋਕਾਂ ਦੇ ਵਿੱਚ ਉਹਨਾਂ ਦਾ ਪਤਾ ਲੱਗਾ ਹੈ। ਕਹਿੰਦੇ ਵੀ ਉੱਥੇ ਬਾਰਾਮੂਲੇ ਦੇ ਲਾਗੇ ਇੱਕ ਜਗ੍ਹਾ ਹੈ, ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਸ ਇਲਾਕੇ ਵਿੱਚ ਗਏ ਨੇ ਕਸ਼ਮੀਰ ਦੇ, ਉੱਥੇ ਇੱਕ ਪੀਰ ਸੀ। ਸੁਣਨ ਵਾਲੀ ਗੱਲ ਹੈ। ਕਹਿੰਦੇ ਉਹ ਜਿਹੜਾ ਪੀਰ ਸੀ ਨਾ, ਉਹ ਸਤਿਗੁਰੂ ਜੀ ਨੂੰ ਮਿਲਿਆ ਤੇ ਬੜਾ ਹੰਕਾਰੀ ਸੀ। ਉਸ ਨੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਕੁਝ ਬਚਨ ਵਿਲਾਸ ਕੀਤੇ ਹੰਕਾਰ ਦੇ, ਤੇ ਗੁਰੂ ਸਾਹਿਬ ਜੀ ਨੂੰ ਕੁਝ ਬੇਅਦਬੀ ਦੇ ਬਚਨ ਬੋਲੇ। ਤੇ ਫਿਰ ਧੰਨ ਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਨੇ ਆਪਣੇ ਮਾਣ ਵਿੱਚ ਮੈਂ ਪੀਰ ਹਾਂ, ਮੈਂ ਇੰਝ ਕਰ ਦੂੰ ਇਉਂ ਕਰ ਦੂੰ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕਿਹਾ, ਕਹਿੰਦੇ ਜਾ, ਨਾ ਤੈਨੂੰ ਜ਼ਮੀਨ ਝੱਲੇਗੀ ਨਾ ਤੈਨੂੰ ਅਸਮਾਨ ਝੱਲੇਗਾ। ਕਹਿੰਦਾ ਤੂੰ ਸਾਹਿਬ ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾਇਆ। ਛੇਵੇਂ ਪਾਤਸ਼ਾਹ ਨੇ ਬਚਨ ਕਰ ਦਿੱਤੇ। ਕਹਿੰਦੇ ਉਹ ਚਲਾ ਗਿਆ। ਜਿਸ ਵੇਲੇ ਉਹ ਜਿਹੜਾ ਸੀ ਪੀਰ, ਉਹਨੂੰ ਪਤਾ ਸੀ, ਤੇ ਜਿਸ ਵੇਲੇ ਉਹ ਮਰਨ ਲੱਗਾ ਨਾ, ਤੇ ਉਸ ਨੇ ਆਪਣੇ ਨਜ਼ਦੀਕੀਆਂ ਨੂੰ ਕਿਹਾ ਕਿ ਤੁਸੀਂ ਇੰਜ ਕਰਿਓ, ਮੇਰੀ ਕਬਰ ਜਿਹੜੀ ਆ ਨਾ, ਇਹ ਤੁਸੀਂ
ਸੋ ਮਦੀਨੇ ਜਾ ਕੇ ਪੈਗੰਬਰ ਸ੍ਰੀ ਮੁਹੰਮਦ ਸਾਹਿਬ ਜੀ ਦੀ ਕਬਰ ਦੇ ਕੋਲ ਮੇਰੀ ਕਬਰ ਬਣਾ ਦਿਓ, ਮੈਂ ਵੀ ਪੀਰ ਹਾਂ। ਕਹਿੰਦੇ ਜਿਸ ਵੇਲੇ ਇਹਨਾਂ ਨੇ ਕੀ ਕੀਤਾ ਵੀ ਉਸ ਦਾ ਸਰੀਰ ਲੈ ਕਰਕੇ ਉੱਥੇ ਗਏ ਤੇ ਜਾ ਕਰਕੇ ਜਦੋਂ ਉੱਥੇ ਉਹਨਾਂ ਦੇ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਦੀ ਗੱਲਬਾਤ ਹੈ, ਛੇਵੇਂ ਪਾਤਸ਼ਾਹ ਗੁਰੂ ਨਾਨਕ ਗੱਦੀ ਦੇ ਮਾਲਕ ਛੇਵੇਂ ਪੀਰ ਜੀ ਦਾ ਹੈ ਇਹ ਬਚਨ, ਤੇ ਇਹਨਾਂ ਨੇ ਕਿਹਾ ਸੀ ਵੀ ਉੱਥੇ ਕਬਰ ਬਣਾਇਓ। ਉੱਥੇ ਦੇ ਜਿਹੜੇ ਮੁੱਲਾ ਮੁਲਾਣੇ ਸਨ ਉਹ ਕਹਿਣ ਲੱਗੇ ਭਾਈ ਹੱਥ ਜੋੜ ਕੇ ਅਸੀਂ ਉਹਨਾਂ ਬੇਨਤੀ ਕੀਤੀ, ਕਹਿੰਦੇ ਇਹਨੂੰ ਇੱਥੋਂ ਲੈ ਜਾਓ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਾਡੀ ਜਿਹੜੀ ਪੈਗੰਬਰ ਸਾਹਿਬ ਦੀ ਜਿਹੜੀ ਕਬਰ ਉਹ ਅੱਗੇ ਝੁਕੀ ਸੀ, ਅਜੇ ਤੱਕ ਵੀ ਕਹਿੰਦੇ ਉਹ ਝੁਕੀ ਹੋਈ ਹੈ। ਤੇ ਕਹਿੰਦੇ ਇਹ ਤਾਂ ਮਹਾਰਾਜ ਜੇ ਛੇਵੇਂ ਰੂਪ ਵਿੱਚ ਗੁਰੂ ਨਾਨਕ ਦਾ ਬਚਨ ਆ, ਕਹਿੰਦੇ ਅਸੀਂ ਇੱਥੇ ਨਹੀਂ ਇਹਨੂੰ ਰੱਖ ਸਕਦੇ, ਇਹਨੂੰ ਤੁਸੀਂ ਵਾਪਸ ਲੈ ਜਾਓ। ਕਹਿੰਦੇ ਵਾਪਸ ਲਿਆਂਦਾ, ਵਾਪਸ ਲਿਆਉਣ ਕਰਕੇ ਤੇ ਉਹਦੀ ਕਬਰ ਪੁੱਟੀ, ਉਹਦੀ ਕਬਰ ਪੱਟ ਕਰਕੇ ਜਿਸ ਵੇਲੇ ਉਸ ਨੂੰ ਕਬਰ ਵਿੱਚ ਪਾਇਆ, ਰਾਤ ਨੂੰ ਕਬਰ ਵਿੱਚ ਪਾ ਕੇ ਤੇ ਸਵੇਰ ਨੂੰ ਬਾਹਰ ਧਰਤੀ ਨੇ ਸੁੱਟ ਦਿੱਤਾ, ਧਰਤੀ ਨੇ ਝੱਲਿਆ ਨਹੀਂ। ਫਿਰ ਉਹਨਾਂ ਨੇ ਕੀ ਕੀਤਾ, ਕਹਿੰਦੇ ਉਹਨਾਂ ਨੇ ਕੀਤਾ ਫਿਰ ਕਹਿੰਦੇ ਵੀ ਮਹਾਰਾਜ ਦਾ ਬਚਨ ਤੇ ਹੁਣ ਸੱਚ ਰਹਿਣਾ। ਉਹਨਾਂ ਨੇ ਕੀਤਾ ਫਿਰ ਇੱਕ ਨਾ ਚੌਖਟਾ ਬਣਾ ਦਿੱਤਾ, ਇਸ ਤਰ੍ਹਾਂ ਕੁਛ ਜਿੱਦਾਂ ਕੋਈ ਚੀਜ਼ਾਂ ਗੱਡ ਕੇ ਉੱਪਰ ਜੰਗਲਾ ਬਣਾ ਕੇ ਉਹਦੀ ਦੇਹ ਜਿਹੜੀ ਸੀ ਉਹਦੇ ਉੱਤੇ ਫਿਰ ਟੰਗ ਦਿੱਤੀ। ਉਹ ਕਹਿੰਦੇ ਅਜੇ ਤੱਕ ਉਸੇ ਤਰ੍ਹਾਂ ਉਹਦਾ ਕਰੰਗ ਪਿਆ ਉਹਦੇ ਤੇ। ਧੰਨ ਮੇਰੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਬਰਕਤ। ਪਰ ਉੱਥੇ ਕਹਿੰਦੇ ਕਿਸੇ ਨੂੰ ਜਾਣ ਨਹੀਂ ਦਿੰਦੇ ਉਹ ਲੋਕ ਵੀ ਸਾਡੇ ਧਰਮ ਦੀ ਸਾਡੇ ਪੀਰਾਂ ਦੀ ਬਦਨਾਮੀ ਹੁੰਦੀ ਹੈ। ਤੇ ਇਸ ਪ੍ਰਕਾਰ ਤੋਂ ਮੇਰੇ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਸਾਧ ਸੰਗਤ ਜੀ ਕਬਰ ਝੁਕੀ ਹੈ। ਤੇ ਇਹ ਸਾਰੇ ਲੋਕ ਮਹਾਰਾਜ ਦੇ ਚਰਨਾਂ ਤੇ ਝੁਕ ਕਰਕੇ ਗੁਰੂ ਸਾਹਿਬ ਨੂੰ ਖੁਦਾ ਦਾ ਰੂਪ ਜਾਣਿਆ ਹੈ। ਆਦਰ ਕਰ ਬਹੁ ਭਾਂਤ ਸੋ, ਬੜੇ ਪ੍ਰੇਮ ਦੇ ਨਾਲ ਫਿਰ ਬੜਾ ਸਤਿਕਾਰ ਕੀਤਾ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ। ਆਸਨ ਊਚ ਬਸਾਈ, ਮੇਰੇ ਸਤਿਗੁਰੂ ਜੀ ਦਾ ਸੋਹਣਾ ਉੱਚਾ ਆਸਣ ਜਿਹੜਾ ਵਿਛਾ ਕੇ ਦਿੱਤਾ ਹੈ। ਬੋਲੇ ਦੁਆ ਕਰ ਬੰਦ ਕੈ, ਦੋਵੇਂ ਹੱਥ ਜੋੜ ਕਰਕੇ ਸਾਰੇ ਮੁਲਾਣੇ ਕਹਿਣ ਲੱਗੇ ਸਤਿਗੁਰਾਂ ਨੂੰ ਨਿਜ ਉਪਦੇਸ਼ ਬਤਾਏ, ਕਿ ਮਹਾਰਾਜ ਜੀ ਕਿਰਪਾ ਕਰੋ ਸਾਨੂੰ ਆਪਣਾ ਸ਼ੁਭ ਉਪਦੇਸ਼ ਬਖਸ਼ਿਸ਼ ਕਰੋ ਜੀ। ਸਵਈਆ ਸ੍ਰੀ ਗੁਰ ਬਿਆਨ ਭਣੇ ਸੁਣ ਕੇ, ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੇ ਬੇਨਤੀ ਸੁਣ ਕੇ ਬਚਨ ਕੀਤੇ ਇਹਨਾਂ ਦੇ ਤਾਈਂ। ਨਿਜ ਮ੍ਰਿਤ ਕੋ ਯਾਦ ਰੱਖੋ ਨਾ ਭੁਲਾਹੀ, ਮਹਾਰਾਜ ਕਹਿੰਦੇ ਦੇਖੋ ਤੁਸੀਂ ਕਬਰ ਕੋਲ ਬੈਠੇ ਹੋ, ਪਰ ਯਾਦ ਰੱਖੋ ਵੀ ਤੁਸੀਂ ਵੀ ਕਬਰ 'ਚ ਪੈਣਾ, ਆਪਣੀ ਮੌਤ ਨੂੰ ਯਾਦ ਰੱਖੋ। ਛੋਰ ਵਿਕਾਰ ਤਜੋ ਪਖਵਾਦ, ਤੇ ਵਿਕਾਰਾਂ ਦਾ ਤਿਆਗ ਕਰੋ ਤੇ ਪੱਖਵਾਦ ਛੱਡ ਦਿਓ ਵੀ ਹਿੰਦੂ ਤੇ ਮੁਸਲਮਾਨ ਕੌਣ ਕਾਫਰ ਤੇ ਕੌਣ ਮਲੇਸ਼। ਕਹਿੰਦੇ ਇਸ ਤੋਂ ਸੁਰਤ ਉੱਚੀ ਕਰੋ। ਖੁਦਾਏ ਲਖੋ ਸਭ ਖਲਕਤ ਮਾਹੀ, ਸਾਰੀ ਖਲਕਤ ਦੁਨੀਆ ਦੇ ਵਿੱਚ ਇੱਕ ਖੁਦਾ ਦਾ ਰੂਪ ਜਾਣੋ। ਨਾਮ ਸਦਾ ਸਿਮਰੋ ਉਰਮੈ, ਤੇ ਇਉਂ ਉਸ ਖੁਦਾ ਨੂੰ ਸਾਰਿਆਂ ਦੇ ਵਿੱਚ ਜਾਣ ਕੇ ਉਸ ਦੇ ਨਾਮ ਦਾ ਸਿਮਰਨ ਕਰੋ। ਜਿਹ ਤੇ ਜਮ ਦੋਜਕ ਦੇਖੋ ਨਾਹੀ, ਜਿਸ ਸਿਮਰਨ ਦੇ ਸਦਕੇ ਨਾ ਤੁਸੀਂ ਨਰਕ ਦੇਖੋਗੇ, ਨਾ ਜਮਾਂ ਦਾ ਤੁਹਾਨੂੰ ਦਰਸ਼ਨ ਕਰਨਾ ਹੋਵੇਗਾ, ਨਾ ਜਮਦੂਤ ਦੇਖੋਗੇ। ਲੋਕ ਦਿਖਾਵਨ ਤੇ ਮਨ ਚਾਏ, ਇਸ ਪ੍ਰਕਾਰ ਲੋਕ ਦਿਖਾਵੇ ਤੋਂ ਜਿਹੜਾ ਮਨ ਨੂੰ ਦੂਰ ਕਰੋ। ਕਹਿ ਸਾਚ ਕਮਾਏ ਸਬੈ ਸੁਖ ਪਾਹੀ, ਇਸ ਵਾਸਤੇ ਤੁਸੀਂ ਭਾਈ ਸੱਚ ਦੀ ਕਮਾਈ ਕਰਕੇ ਸੁਖ ਦੀ ਪ੍ਰਾਪਤੀ ਕਰੋ। ਦੋਹਰਾ ਸੁਣ ਕਰ ਸਭ ਹਰਖਾਏ ਕੈ, ਸਾਰਿਆਂ ਨੇ ਗੁਰੂ ਸਾਹਿਬ ਦੇ ਬਚਨ ਸੁਣੇ, ਬੜੇ ਖੁਸ਼ ਹੋਏ। ਜਾਚੀ ਸਰਨ ਖਰਾਮ, ਤੇ ਬੇਨਤੀ ਕੀਤੀ ਗਰੀਬ ਨੂੰ ਅੱਜ ਕਿਰਪਾ ਕਰੋ ਸਾਨੂੰ ਆਪਣੀ ਨਿਸ਼ਾਨੀ ਦੇ ਜਾਓ। ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਸੋ ਜ਼ਿਕਰ ਇਹ ਮਿਲ ਰਿਹਾ ਹੈ ਵੀ ਉੱਥੇ ਪਏ ਇੱਕ ਮਦੀਨੇ ਖੜਾਮ ਲਈ, ਇੱਕ ਮੱਕੇ ਲਈ ਹੈ, ਅੱਗੇ ਜ਼ਿਕਰ ਆ ਰਿਹਾ ਹੈ। ਤੇ ਮੇਰੇ ਸਤਿਗੁਰੂ ਦੀਆਂ ਦੋਨੋਂ ਖੜਾਵਾਂ ਜਿਹੜੀਆਂ ਨੇ ਜਦੋਂ ਤੱਕ ਕਦੇ ਖੂੰਟੀ ਨਹੀਂ ਹੁੰਦੀ ਉਹਨੂੰ ਕੌਂਸ ਕਹਿੰਦੇ ਨੇ। ਇੱਕ ਪਊਏ ਹੁੰਦੇ ਨੇ ਆਮ ਤੌਰ ਤੇ ਉਦਾਸੀ ਮਹਾਤਮਾ ਪਾਉਂਦੇ ਨੇ, ਸੋ ਲੱਕੜ ਦੀ ਖੜਾਮ ਵਾਂਗ ਬਣਾਏ, ਥੱਲੇ ਉਹਦੇ ਸੋ ਥੋੜੀ ਉੱਚੀ ਬਣਾਈ ਹੁੰਦੀ ਹੈ ਬੜੇ ਸੋਹਣੀ, ਤੇ ਉਹਦੇ ਉੱਪਰ ਇੱਕ ਖੂੰਟੀ ਜਿਹੜੀ ਆ ਲਾਈ ਹੁੰਦੀ ਹੈ। ਉਹ ਅੰਗੂਠੇ ਤੇ ਉਂਗਲ ਵਿੱਚ ਅੜਾ ਕੇ ਤੁਰਦੇ ਨੇ, ਤੇ ਜਿਹਦੇ ਉੱਤੇ ਉਂਝ ਆਪਣਾ ਲਾ ਲੈਂਦੇ ਨੇ ਨਵਾਰ ਆਦਿਕ, ਤੇ ਉਹ ਖੂੰਟੀ ਨਹੀਂ ਹੁੰਦੀ ਉਹਨੂੰ ਕੌਂਸ ਬੋਲਦੇ, ਉਹਨੂੰ ਆਪਾਂ ਖੜਾਮ ਕਹਿੰਦੇ ਆ। ਤੇ ਇਸ ਪ੍ਰਕਾਰ ਤੋਂ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਸਾਨੂੰ ਆਪਣੀ ਨਿਸ਼ਾਨੀ ਕੌਂਸ ਦੀ ਦੇ ਦਿਓ। ਹਿਤ ਪੂਜਨ ਕੇ ਤਾਂ ਰੱਖੀ ਹੁਤੀ, ਤਾਂ ਕਹਿੰਦੇ ਉੱਥੇ ਫਿਰ ਉਹਨਾਂ ਨੇ ਬੜੇ ਸਤਿਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਨਿਸ਼ਾਨੀ ਜਿਹੜੀ ਹੈ ਸੋ ਉਹ ਮਦੀਨੇ ਵਿੱਚ ਰੱਖ ਲਈ ਪੂਜਾ ਕਰਨ ਵਾਸਤੇ। ਹੁਤੀ ਗੋਰ ਜੇ ਥਾਮ, ਜਿਸ ਥਾਂ ਤੇ ਕਬਰ ਸੀ ਪੈਗੰਬਰ ਸਾਹਿਬ ਦੀ, ਉੱਥੇ ਗੁਰੂ ਸਾਹਿਬ ਦੇ ਚਰਨਾਂ ਦੀ ਖੜਾਮ ਰੱਖ ਲਈ। ਚੇਤਕ ਦਿਵਸ ਬਤਾਏ ਤੈਂ, ਸਤਿਗੁਰੂ ਕਿੰਨੇ ਕੁ ਦਿਨ ਉੱਥੇ ਟਿਕ ਕਰਕੇ ਇਹਨਾਂ ਨੂੰ ਇਹ ਨਹੀਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਭਾਈ ਮੁਸਲਮਾਨ ਨਾ ਬਣੋ ਤੇ ਮੁਸਲਮਾਨ ਧਰਮ ਛੱਡ ਦਿਓ, ਸਾਡੇ ਸਿੱਖ ਬਣੋ, ਐਸਾ ਨਹੀਂ ਕਿਹਾ। ਸਤਿਗੁਰੂ ਪਾਤਸ਼ਾਹ ਨੇ ਕਿਹਾ ਠੀਕ ਹੈ ਜੇ ਤੁਸੀਂ ਮੁਸਲਮਾਨ ਹੋ ਤੇ ਸੱਚੇ ਮੁਸਲਮਾਨ ਬਣੋ। ਉਹਨਾਂ ਨੂੰ ਗੁਰੂ ਸਾਹਿਬ ਨੇ ਜੋ ਅਸੂਲ ਆਪਣੇ ਸਿੱਖੀ ਦੇ ਬਖਸ਼ਿਸ਼ ਕੀਤੇ, ਸੱਚ ਬੋਲਣਾ, ਝੂਠ ਦਾ ਤਿਆਗ ਕਰਨਾ
ਪਰਮੇਸ਼ਰ ਨੂੰ ਸਾਰਿਆਂ ਵਿੱਚ ਜਾਣ ਕਰਕੇ ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ। ਇਉਂ ਮਹਾਰਾਜ ਨੇ ਸਿੱਧਾ ਮਾਰਗ ਜਿਹੜਾ ਹੈ ਪਰਮੇਸ਼ਰ ਦੀ ਭਗਤੀ ਦਾ ਇਹਨਾਂ ਨੂੰ ਬਖਸ਼ਿਸ਼ ਕੀਤਾ। ਸ੍ਰੀ ਨਾਨਕ ਗੁਣ ਖਾਨ। ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਮਦੀਨੇ ਵਿੱਚ ਇਉਂ ਕਿਰਪਾ ਕੀਤੀ ਹੈ। ਮੱਕੇ ਕੋ ਆਏ ਬਹੁਰ। ਉਤੋਂ ਫਿਰ ਮਹਾਰਾਜ ਵਾਪਸ ਮੱਕੇ ਸ਼ਰੀਫ ਆ ਗਏ ਹਨ। ਵੈਸੇ ਪੂਰਬ ਥਾਮ। ਪਹਿਲੇ ਥਾਂ ਤੇ ਆਣ ਕਰਕੇ ਫਿਰ ਬੈਠ ਗਏ ਹਨ ਕਾਬੇ ਮੰਦਿਰ ਦੇ ਕੋਲ। ਪੱਖਰ ਜੀ ਹਾਜੀ ਮਿਲੇ। ਤੇ ਜਿਹੜੇ ਉੱਥੇ ਭੱਖਰ ਜਿਹੜੇ ਸੱਖਰ ਭੱਖਰ ਵਿੱਚ ਜਿਹੜੇ ਹਾਜੀ ਮਿਲੇ ਸੀ ਤੇ ਗੁਰੂ ਸਾਹਿਬ ਨੂੰ ਕਹਿੰਦੇ ਸੀ ਵੀ ਤੁਸੀਂ ਸਾਡੇ ਨਾਲ ਨਹੀਂ ਜਾ ਸਕਦੇ, ਉਹ ਉੱਥੇ ਗੁਰੂ ਸਾਹਿਬ ਨੂੰ ਮਿਲੇ ਹਨ। ਤੇਸਨ ਪਹੁੰਚੇ ਆਏ। ਉਸ ਵੇਲੇ ਉਹ ਵੀ ਆਣ ਕੇ ਪਹੁੰਚੇ ਹਨ ਹਜ ਕਰਨ ਵਾਸਤੇ। ਜਿਸਮੇ ਦਰਸ ਬਿਲੋਕ ਕੈ। ਸਾਹਿਬ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਕੇ ਬੜੇ ਹੈਰਾਨ ਹੋਏ। ਮੁਖ ਤੇ ਬਚਨ ਅਲਾਏ। ਤੇ ਮੁਖ ਤੋਂ ਇਉਂ ਬਚਨ ਕੀਤਾ ਉਹ ਕਹਿੰਦੇ ਹਨ ਕਬ ਕੋ ਇਹ ਹਾਜੀ ਆਇਓ। ਸਾਹਿਬ ਗੁਰੂ ਨਾਨਕ ਦਾ ਦਰਸ਼ਨ ਕਰਕੇ ਹੈਰਾਨ ਹੋਏ। ਉੱਥੋਂ ਦੇ ਜਿਹੜੇ ਲੋਕ ਸਨ ਉਹਨਾਂ ਸੇਵਾਦਾਰ ਨੂੰ ਪੁੱਛਦੇ ਹਨ ਵੀ ਆਹ ਹਾਜੀ ਕਦੋਂ ਕਦਾ ਪਹੁੰਚਾ ਹੋਇਆ ਇੱਥੇ। ਹਮ ਛੋਰਿਓ ਪਛਚਾਤ। ਅਸੀਂ ਤਾਂ ਪਿੱਛੇ ਛੱਡ ਕੇ ਆਏ ਸੀ ਇਹਨਾਂ ਨੂੰ। ਕੈਸੇ ਪੰਥ ਉਲੰਘਿਓ। ਇਹ ਸਾਡੇ ਤੋਂ ਮੂਹਰੇ ਪਹਿਲਾਂ ਕਿੱਦਾਂ ਆ ਗਿਆ ਸਾਰਾ ਰਸਤਾ ਲੰਘ ਕੇ। ਹਿੰਦ ਜਨਮ ਬਖਿਆਤ। ਇਹ ਪ੍ਰਗਟ ਹੀ ਦਿਸਦਾ ਵੀ ਇਹਨਾਂ ਦਾ ਜਨਮ ਤਾਂ ਹਿੰਦੂਆਂ ਦਾ ਹੈ। ਉਤੇ ਸੋ ਬੈਠੇ ਨਰ ਤਹਾਂ। ਉੱਥੇ ਜਿਹੜੇ ਮਨੁੱਖ ਲੋਕ ਬੈਠੇ ਹੋਏ ਸਨ ਬੋਲੇ ਤਿਨ ਸੋ ਬੋਲੇ ਤਿਨ ਸਾਥ। ਉਹ ਉਹਨਾਂ ਨੇ ਬਚਨ ਕੀਤਾ ਹੈ ਉਹਨਾਂ ਹਾਜੀਆਂ ਨੂੰ। ਇੱਕ ਬਰਖ ਬੀਤਿਓ ਇਹਾਂ। ਕਹਿੰਦੇ ਇਹਨਾਂ ਤੇ 1 ਸਾਲ ਹੋ ਗਿਆ ਇੱਥੇ ਆਇਆ ਹੋਇਆਂ ਨੂੰ। ਕਲਾਵਾਨ ਜਗਨਾਥ। ਇਹ ਜਗਤ ਦੇ ਸੁਆਮੀ ਹਨ, ਬੜੀਆਂ ਸ਼ਕਤੀਆਂ ਵਾਲੇ ਹਨ। ਚਰਨ ਸੰਗ ਕਾਬਾ ਫਿਰਿਓ। ਇਹਨਾਂ ਦੇ ਚਰਨਾਂ ਦੇ ਨਾਲ ਤਾਂ ਮੱਕਾ ਜਿਹੜਾ ਕਾਬਾ ਮੰਦਿਰ ਸਾਰਾ ਘੁੰਮ ਗਿਆ। ਤੁਰਕ ਨਿਵੇਂ ਸਭ ਦੇਖ। ਤੇ ਦੇਖ ਕੇ ਸਾਰੇ ਹੀ ਮੁਸਲਮਾਨ ਲੋਕ ਜਿਹੜੇ ਇਹਨਾਂ ਨੂੰ ਝੁਕੇ ਨਮਸਕਾਰ ਕੀਤੀ ਹੈ। ਹੈ ਸਰੀਰ ਖੁਦਾਏ ਕੋ। ਇਹ ਤਾਂ ਕੋਈ ਖੁਦਾ ਦਾ ਹੀ ਰੂਪ ਹਨ। ਜਗ ਉਧਾਰ ਹਿਤ ਬੀਖ। ਤੇ ਇਹਨਾਂ ਦਾ ਜਿਹੜਾ ਵੇਸ਼ ਧਾਰਿਆ ਹੈ ਸੰਸਾਰ ਦਾ ਉਧਾਰ ਕਰਨ ਵਾਸਤੇ ਹੈ। ਤੈਨ ਸੁਨ ਮਨ ਮਹਿਮਾ ਲਖੀ। ਉਹਨਾਂ ਨੇ ਸੁਣ ਕਰਕੇ ਮਹਿਮਾ ਜਾਣ ਲਈ ਗੁਰੂ ਨਾਨਕ ਮਹਾਰਾਜ ਦੀ। ਕਲਾ ਪਿਖਨ ਭਾਚਾਵ। ਤੇ ਇਹਨਾਂ ਦੇ ਮਨ ਵਿੱਚ ਇੱਛਾ ਹੋਈ ਵੀ ਸਾਨੂੰ ਵੀ ਸ਼ਕਤੀ ਦਾ ਪਤਾ ਲੱਗੇ ਮਹਾਰਾਜ ਦਾ। ਹੈ ਸਰੀਰ ਖੁਦਾਏ ਕੋ। ਤੋ ਜੇ ਖੁਦਾ ਦਾ ਸਰੀਰ ਹਨ ਤਾਂ ਜਲ ਇਹ ਠਾ ਮਗਵਾਵ। ਤੋ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਫਿਰ ਤੋ ਇੰਨੀ ਸੰਗਤ ਇੱਥੇ ਸੋ ਵੁਜੂ ਕਰਨ ਵਾਸਤੇ ਜਲ ਲੋੜ ਹੈ। ਤੁਸੀਂ ਮਹਾਰਾਜ ਸਾਨੂੰ ਜਲ ਪ੍ਰਗਟ ਕਰਕੇ ਦੱਸੋ ਇੱਥੇ। ਤੇ ਸ਼ਨ ਆਸਾ ਢਿਗੋ ਤੋ। ਧੰਨ ਸਤਿਗੁਰੂ ਨਾਨਕ ਸਾਹਿਬ ਦੇ ਕੋਲ ਆਸਾ ਨਾਮ ਹੈ ਇੱਕ ਸੋਟੇ ਦਾ, ਭਾਵ ਛੋਟਾ ਜਿਹਦੀ ਖੁੰਡੀ ਬਣੀ ਹੋਏ, ਤੇ ਆਸਾ ਨਾਮ ਹੈ ਤੋਤੇ ਦਾ ਜਿਹਦਾ ਉੱਪਰ ਖੁੰਡੀ ਤੋਤੇ ਦੇ ਮੂੰਹ ਵਰਗੀ ਬਣੀ ਹੋਵੇ, ਉਹਨੂੰ ਆਸਾ ਕਿਹਾ ਜਾਂਦਾ ਹੈ। ਤੋ ਕਹਿੰਦੇ ਆਸਾ ਸੀ ਮਹਾਰਾਜ ਦੇ ਹੱਥ ਵਿੱਚ ਛੋਟਾ ਸੀ ਉਹ। ਲੈ ਸ੍ਰੀ ਗੁਰ ਨਿਜ ਹਾਥ। ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥ ਵਿੱਚ ਲਿਆ। ਕਾਬੇ ਕੀਰ ਦੀਵਾਰ ਮੈਂ। ਕਾਬੇ ਮੰਦਿਰ ਦੇ ਜਿਹੜੇ ਚਾਰ ਚੁਫੇਰੇ ਦੁਆਰ ਬਣੀ ਹੋਈ ਸੀ, ਕੰਧ ਬਣੀ ਹੋਈ ਸੀ। ਹਨਿਓ ਜੋਰ ਕੇ ਸਾਥ। ਤੇ ਜ਼ੋਰ ਦੇ ਨਾਲ ਮਹਾਰਾਜ ਨੇ ਆਪਣਾ ਛੋਟਾ ਕੰਧ ਵਿੱਚ ਧੱਸ ਦਿੱਤਾ ਇਸ ਤਰ੍ਹਾਂ। ਛੁੱਟੀ ਬੰਬ ਤਬ ਨੀਰ ਕੀ। ਉਤੋਂ ਕਹਿੰਦੇ ਫਿਰ ਜਲ ਦੀ ਧਾਰ ਚੱਲ ਪਈ ਉਸੇ ਵੇਲੇ। ਉਜੂ ਸਰਬਨੈ ਕੀਨ। ਤੇ ਬੜੇ ਖੁਸ਼ ਹੋਏ ਨੇ ਤੇ ਸਭਨਾਂ ਨੇ ਵੁਜੂ, ਅਸੀਂ ਕਹਿੰਦੇ 5 ਇਸ਼ਨਾਨਾ ਕਰਨਾ, ਇਹਨਾਂ ਦਾ ਆਪਣਾ ਤਰੀਕਾ, ਇਹ ਕਹਿੰਦੇ ਸੀ ਵੁਜੂ ਕਰਨਾ ਹੈ ਪਵਿੱਤਰਤਾ ਵਾਸਤੇ। ਚਰਨ ਬੰਦਨਾ ਕੋ ਕਰਤ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ। ਜਾਨੀ ਅਜਮਤ ਪੀਨ। ਤੇ ਜਾਣੀ ਹੈ ਮੇਰੇ ਸਤਿਗੁਰੂ ਮਹਾਰਾਜ ਦੀ ਮਹਾਨ ਭਈ ਬਹੁਤ ਕਰਾਮਾਤ ਦੇ ਮਾਲਕ ਹਨ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ। ਇਸ ਤਰੀਕੇ ਦੇ ਨਾਲ ਸਾਹਿਬ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕੀਤੀ ਹੈ। ਮਦੀਨੇ ਵਿੱਚ ਵੀ ਤੇ ਮੱਕੇ ਦੇ ਵਿੱਚ ਵੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਚਰਨ ਪਾ ਕਰਕੇ ਇੱਥੇ ਦੇ ਲੋਕਾਂ ਨੂੰ ਸੱਚੇ ਅਕਾਲ ਪੁਰਖ ਸਰਬ ਵਿਆਪਕ ਪਰਮੇਸ਼ਵਰ ਵਿੱਚ ਪ੍ਰਤੀਤ ਦਿੱਤੀ। ਕਿਉਂਕਿ ਇਹ ਇਹਨਾਂ ਦਾ ਸਿਰਫ ਵਿਸ਼ਵਾਸ ਇਤਨਾ ਸੀ ਕਿ ਸਾਡਾ ਖੁਦਾ ਸਿਰਫ ਜਿਹੜਾ ਕਾਬੇ ਦੇ ਮੰਦਿਰ ਵਿੱਚ ਹੈ। ਗੁਰੂ ਸਾਹਿਬ ਨੇ ਕਿਹਾ ਵੀ ਹਰੇਕ ਸਰੀਰ ਵਿੱਚ ਸਭ ਪਾਸੇ, ਆਕਾਸ਼ ਵਿੱਚ, ਧਰਤੀ ਵਿੱਚ, ਸੋ ਸਾਰੇ ਪਾਸੇ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਖੁਦਾਬੰਦ ਕਰੀਮ ਹੈ। ਇਉਂ ਵਿਆਪਕ ਜਾਣ ਕੇ ਉਹਦੇ ਨਾਮ ਦਾ ਸਿਮਰਨ ਕਰੋ। ਇਉਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਗਰੀਬ ਨਵਾਜ ਰਹਿਮਤ ਕਰਨ ਸਾਡੇ ਹਿਰਦੇ ਵਿੱਚ ਐਸਾ ਹੀ ਗੁਰੂ ਦਾ ਉਪਦੇਸ਼ ਵਸੇ ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਦੀ ਬਰਕਤ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣਾ ਸੀਸਣੀਆਂ ਜੋ ਹੋਵੇ ਸਹਿ ਸੋ ਮੇਰੀ ਦਾਤ ਪ੍ਰਾਪਤ ਹੋਵੇ। ਛੁੱਟੀ ਬੰਬ ਤਬ ਨੀਰ ਕੀ। ਉਜੂ ਸਰਬਨੈ ਕੀਨ। ਚਰਨ ਬੰਦਨਾ ਕੋ ਕਰਤ। ਜਾਨੀ ਅਜਮਤ ਪੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।